ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਰਾਖਹੁ ਪ੍ਰਭੂ ਨਾਨਕ ਦੇ ਕਰ ਹੱਥ, ਜਿਉ ਜਾਨਹੁ ਤਿਉ ਰਾਖ ਹਰ ਪ੍ਰਭ ਤੇਰਿਆ। ਕੀਤੇ ਗਨੋ ਅਸੰਖ ਅਵਗਣ ਮੇਰਿਆ, ਅਸੰਖ ਅਵਗਣ ਖਤੇ ਫੇਰੇ ਨਿਤ ਪ੍ਰਤ ਸਦ ਭੂਲੀਐ। ਮੋਹ ਮਗਨ ਬਿਕਰਾਲ ਮਾਇਆ ਤਉ ਪ੍ਰਸਾਦੀ ਕੂਲੀਐ। ਲੋਕ ਕਰਤ ਬਿਕਾਰ ਬਿਖੜੇ ਪ੍ਰਭ ਨੇਰਹੁ ਤੇ ਨੇਰਿਆ। ਬਿਨਵੰਤ ਨਾਨਕ ਦਇਆ ਧਾਰਹੁ ਕਾਢ ਭਵ ਜਲ ਫੇਰਿਆ। ਮੇਰ ਕਰੋ ਤ੍ਰਿਣ ਤੇ ਮੋਹ ਜਾਹੇ, ਗਰੀਬ ਨਿਵਾਜ ਨ ਦੂਸਰ ਤੋਸੋ। ਭੂਲ ਸ਼ਿਮੋ ਹਮਰੀ ਪ੍ਰਭ ਆਪਨ, ਭੂਲਨ ਹਾਰ कहूँ को मोसो। सेव करी तुमरी तिनके सब ही ग्रह देखियत दर्ब परोसो। या काल मैं सब काल कृपान के, भारी पुजान को भारी भरोसो। सो कहो टल गुर सेविया, अहनिस सहज सुभाय। दर्शन परसै गुरु कै, जन्म मरण दुख जाय। होवै सिफत खसम दी, ਨੂਰ ਅਰ ਸਹੁ ਕੁਰ ਸਹੁ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂ ਦੈ ਸਾਹੁ। जिस पास बैठिया सोहिए, सबना दा वेसाहो। सतनाम श्री वाहिगुरु साहिब जी। सोरठ महला पहला। जिस जल निद कारण तुम जग आई, सो अमृत गुर पाही जियो। छोडो वेस भीख चतुराई, दुबिधा एहो फल नाहि जियो। जिस जल निद कारण तुम जग आई, सो अमृत गुर पाही जियो। छोडो वेसो भीख चतुराई, दुबिधा एहो फल नाहि जियो। मन रे थिर रहो, मत कत जाहि जियो।
बाहर ढूंढत बहुत दुख पावाहे, कार अमृत काट माहे जियो। रहाओ अवगुण छोड़ गुणा कहो तावहो, कर अवगुण पशुताहे जियो। सारे अपसर की सार न जाना है, फिर कीच बुढ़ाहे जियो। अंतर मैल लोभ बहु झूठे, बाहर नाव हो काहि जियो। निर्मल नाम जप हो सद गुरमुख, अंतर की गत ताहे जियो। पर हर लोभ निंदा कूड़ त्यागो, सच गुर बचनी फल पाही जियो। जो भावै त्यो राखो हर जियो, जन नानक शब्द सलाही जियो। पर हर लोभ निंदा कूड़ त्यागो, सच गुर बचनी फल पाही जियो। जो भावै त्यो राखो हर जियो, जन नानक शब्द सलाही जियो। वाहिगुरु जी का खालसा, वाहिगुरु जी की फतेह। सतगुरु सच्चे पातशाह जी की साजी निवाजी परम सत्कारयोग साध संगत जीओ। श्री अकाल पुरख वाहिगुरु सच्चे पातशाह जी की अपार कृपालता हो रही है। गुरुद्वारा श्री मंजी साहिब दीवान हाल विखे जुगो जुग अटल सतगुरु श्री गुरु ग्रंथ साहिब जी की पावन हजूरी विच सतसंगत करन दा सुभाग प्राप्त हो रहा है। सचखंड श्री हरमंदर साहिब जी विखे ਅੰਮ੍ਰਿਤ ਵੇਲੇ ਸਿੰਘਾਸਨਾਂ ਉੱਪਰ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦੀਦਾਰੇ ਬਖਸ਼ਿਸ਼ ਕਰਦਿਆਂ ਜੋ ਪਾਵਨ ਸ੍ਰੀ ਮੁਖ ਵਾਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ, ਤਿਸ ਦੀ ਕਥਾ ਵਿਚਾਰ ਸਰਵਣ ਕਰਨ ਵਾਸਤੇ ਸੰਗਤਾਂ ਗੁਰੂ ਕੀ ਹਜ਼ੂਰੀ ਵਿੱਚ ਔਰ ਟੀਵੀ ਮਾਧਿਅਮ ਰਾਹੀਂ ਆਪਣੇ ਘਰਾਂ ਦੇ ਵਿੱਚ ਵੀ ਸਜੀਆਂ ਹੋਈਆਂ ਨੇ। ਸਰਬੱਤ ਸੰਗਤਾਂ ਭਲੀ ਭਾਂਤ ਜਾਣਦੀਆਂ ਹਨ ਕਿ ਅੱਜ ਖਾਲਸਾ ਪੰਥ ਦੀ ਸ਼ਾਨੋ ਸ਼ੌਕਤ ਔਰ ਚੜ੍ਹਦੀ ਕਲਾ ਦਾ ਪ੍ਰਤੀਕ ਹੋਲਾ ਮਹੱਲਾ ਦਾ ਦਿਵਸ ਹੈ ਔਰ ਬੜੀ ਚੜ੍ਹਦੀ ਕਲਾ ਸਹਿਤ ਹੀ ਮੁੱਖ ਤੌਰ ਤੇ ਸ੍ਰੀ ਅਨੰਦਪੁਰ ਸਾਹਿਬ ਜੀ ਵਿਖੇ ਅਤੇ ਸਮੁੱਚੇ ਤੌਰ ਤੇ ਕੁੱਲ ਸੰਸਾਰ ਦੇ ਅੰਦਰ ਅੱਜ ਦਾ ਇਹ ਮਹਾਨ ਦਿਹਾੜਾ ਮਨਾਇਆ ਜਾ ਰਿਹਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਸਾਨੂੰ ਜੀਵਨ ਦੇ ਹਰ ਖੇਤਰ ਅੰਦਰ ਸਾਰਥਿਕ ਸੇਧ ਬਖਸ਼ਿਸ਼ ਕੀਤੀ ਹੈ। ਹਿੰਦੁਸਤਾਨ ਦੇ ਵਿੱਚ ਪੁਰਾਤਨ ਚੱਲਿਆ ਆਉਂਦਾ ਹੋਲੀ ਦਾ ਤਿਉਹਾਰ ਜੋ ਹੈ ਤਾਂ ਅਸਲ ਵਿੱਚ ਇੱਕ ਬੜਾ ਮਹਾਨ ਵਿਰਸਾ ਰੱਖਣ ਵਾਲਾ ਸੀ, ਪਰ ਉਸ ਵਿਰਸੇ ਨੂੰ, ਉਸ ਇਤਿਹਾਸ ਨੂੰ, ਉਸ ਵਾਰਤਾ ਨੂੰ ਤੇ ਉਹਦੇ ਵਿੱਚੋਂ ਮਿਲਦੀ ਹੋਈ ਪ੍ਰੇਰਣਾ ਨੂੰ ਭੁੱਲ ਕੇ ਹਿੰਦੁਸਤਾਨ ਵਾਸੀ ਜਿਹੜੇ ਉਹ ਕੁਰਾਹੇ ਪੈ ਗਏ ਤੇ ਹੋਲੀ ਦੇ ਇਸ ਪਰਵ ਨੂੰ ਕੇਵਲ ਦੁਨਿਆਵੀ ਤੌਰ ਤੇ ਮੌਜ ਮਸਤੀ, ਸ਼ਰਾਰਤਾਂ ਤੇ ਹੋਰ ਤਰ੍ਹਾਂ ਤਰ੍ਹਾਂ ਦੀਆਂ ਮੰਦੀਆਂ ਗੱਲਾਂ, ਮੰਦੀਆਂ ਹਰਕਤਾਂ ਦਾ ਜ਼ਰੀਆ ਤੇ ਵਸੀਲਾ ਹੀ ਸਮਝ ਲਿਆ। ਜੋ ਪੁਰਾਤਨ ਵਾਰਤਾ ਆਉਂਦੀ ਹੈ, ਇਹ ਜਿਹੜਾ ਤਿਉਹਾਰ ਹੈ
ਭਗਤ ਪ੍ਰਹਿਲਾਦ ਜੀ ਦੀ ਅਕਾਲ ਪੁਰਖ ਵਾਹਿਗੁਰੂ ਵੱਲੋਂ ਰੱਖਿਆ ਤੇ ਦੁਸ਼ਟਾਂ ਦਾ ਖਾਤਮਾ ਇਸ ਵਾਰਤਾ ਦੇ ਨਾਲ ਸੰਬੰਧਿਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕੀ ਅੰਮ੍ਰਿਤ ਰੂਪ ਬਾਣੀ ਵਿੱਚ ਵੀ ਭਗਤ ਪ੍ਰਹਿਲਾਦ ਜੀ ਦੀ ਰੱਖਿਆ ਔਰ ਹਰਣਾਕਸ਼ ਦੇ ਖਾਤਮੇ ਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਰਣਨ ਕੀਤਾ ਹੈ, ਜਿਸ ਵਿੱਚ ਇਹੀ ਸਮਝਾਇਆ ਕਿ ਉਹ ਅਕਾਲ ਪੁਰਖ ਵਾਹਿਗੁਰੂ ਸਦਾ ਆਪਣੇ ਪਿਆਰਿਆਂ ਦੀ ਰੱਖਿਆ ਕਰਦਾ ਹੈ। ਦੂਤ ਦੁਸ਼ਮਨ ਸਭ ਤੁਝ ਤੇ ਨਿਵਰਹਿ ਪ੍ਰਗਟ ਪ੍ਰਤਾਪ ਤੁਮਾਰਾ, ਜੋ ਜੋ ਤੇਰੇ ਭਗਤ ਦੁਖਾਏ ਉਹ ਤਤਕਾਲ ਤੁਮ ਮਾਰਾ। ਹੁਣੇ ਆਪਾਂ ਸਤਿਗੁਰਾਂ ਕੇ ਬਚਨ ਸੁਣੇ, ਰੋਜ਼ ਸੁਣਦੇ ਆਂ, ਸੁਬਾਹ ਸ਼ਾਮ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ RAM ਰਾਜੇ। ਜੁਗਾਂ ਜੁਗਾਂ ਵਿੱਚ ਵਾਹਿਗੁਰੂ ਨੇ ਆਪਣੇ ਭਗਤ ਪੈਦਾ ਕੀਤੇ ਨੇ, ਉਹਨਾਂ ਦੀ ਪੈਜ ਉਹਨਾਂ ਦੀ ਇੱਜ਼ਤ ਆਪ ਰੱਖਦਾ ਆਇਆ, ਰਖਵਾਲੀ ਆਪ ਕਰਦਾ ਆਇਆ ਹੈ। ਤੇ ਸਤਿਗੁਰਾਂ ਨੇ ਉਦਾਹਰਣ ਪਹਿਲੀ ਇਹ ਦਿੱਤੀ ਕਿ ਹਰਣਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਦੁਸ਼ਟ ਸੁਭਾਅ ਵਾਲਾ ਜਿਹੜਾ ਹਰਣਾਕਸ਼ ਸੀ ਉਹ ਅਕਾਲ ਪੁਰਖ ਵਾਹਿਗੁਰੂ ਨੇ ਮਾਰਿਆ ਤੇ ਪ੍ਰਹਿਲਾਦ ਜੀ ਨੂੰ ਤਾਰ ਲਿਆ, ਕਿਉਂਕਿ ਪ੍ਰਹਿਲਾਦ ਜੀ ਉਸ ਪਰਮਾਤਮਾ ਦੇ ਭਗਤ ਨੇ ਤੇ ਹਰਣਾਕਸ਼ ਪ੍ਰਹਿਲਾਦ ਦਾ ਸਕਾ ਪਿਤਾ ਹੋਣ ਦੇ ਬਾਵਜੂਦ ਵੀ ਉਹਨਾਂ ਦਾ ਵੈਰੀ ਬਣਿਆ ਹੋਇਆ ਹੈ। ਅਸਲ ਦੇ ਵਿੱਚ ਹਰਣਾਕਸ਼ ਤੇ ਹਰਣਕਸ਼ਿਪ ਇਹ ਦੋ ਦੈਂਤ ਭਰਾ ਸਨ। ਦੈਂਤ ਕੁਲ ਦੇ ਵਿੱਚੋਂ ਜਿਹੜਾ ਹਰਣਾਕਸ਼ ਸੀ ਉਹ ਪਹਿਲਾਂ ਮਾਰਿਆ ਗਿਆ ਸੀ ਤੇ ਦੂਸਰਾ ਭਰਾ ਹਿਰਣਕਸ਼ਿਪ ਸੀ। ਇਹ ਹਰਣਾਕਸ਼ ਦੀ ਰਾਜਗੱਦੀ ਤੇ ਬੈਠਾ, ਇਸ ਕਰਕੇ ਇਸ ਨੂੰ ਵੀ ਹਰਣਾਕਸ਼ ਕਿਹਾ ਗਿਆ ਹੈ। ਇਸੇ ਹਰਣਾਕਸ਼ ਦਾ ਪੁੱਤਰ ਇਹ ਪ੍ਰਹਿਲਾਦ ਭਗਤ ਹੈ। ਇਸ ਹਰਣਾਕਸ਼ ਨੇ ਵਿਸ਼ਨੂੰ ਜੀ ਦੀ ਭਗਤੀ ਕਰਕੇ, ਬੰਦਗੀ ਕਰਕੇ ਵਰਦਾਨ ਪ੍ਰਾਪਤ ਕੀਤੇ ਸਨ। ਨਾ ਅੰਦਰ ਮਰਾਂ, ਨਾ ਬਾਹਰ ਮਰਾਂ, ਨਾ ਦਿਨੇ ਮਰਾਂ, ਨਾ ਰਾਤ ਮਰਾਂ, ਨਾ ਧਰਤੀ ਤੇ ਨਾ ਅਸਮਾਨ ਤੇ, ਨਾ ਕਿਸੇ ਸ਼ਸਤਰ ਨਾਲ ਤੇ ਨਾ ਹੀ 84 ਚੋਂ ਪੈਦਾ ਹੋਏ ਕਿਸੇ ਜੀਵ ਦੇ ਹੱਥੋਂ। ਵਰਦਾਨ ਪ੍ਰਾਪਤ ਕਰਕੇ ਆਪਣੇ ਆਪ ਨੂੰ ਹੀ ਭਗਵਾਨ ਹੋਣ ਦਾ ਐਲਾਨ ਕਰ ਦਿੱਤਾ ਸੀ ਕਿ ਮੈਂ ਹੀ ਰੱਬ ਹਾਂ, ਮੈਂ ਹੁਣ ਅਮਰ ਹਾਂ, ਮੈਂ ਕਦੇ ਮਰਨਾ ਨਹੀਂ। ਤੇ ਆਪਣਾ ਨਾਮ ਜਪਾਉਣਾ ਆਰੰਭ ਕਰ ਦਿੱਤਾ ਸੀ, ਜਲੇ ਹਰਣਾਕਸ਼ ਥਲੇ ਹਰਣਾਕਸ਼ ਦਾ ਜਾਪ ਕਰੋ। ਪਰ ਜਿਵੇਂ ਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਇਹ ਪਾਵਨ ਬਚਨ ਫਰਮਾਨ ਕਰਦੇ ਨੇ, ਘਰ ਹਰਣਾਕਸ਼ ਦੈਂਤ ਦੇ ਕੱਲਰ ਕਵਲ ਭਗਤ ਪ੍ਰਹਿਲਾਦ। ਜਿਵੇਂ ਕੱਲਰ ਦੇ ਵਿੱਚ ਕਵਲ ਦਾ ਫੁੱਲ ਕਿਤੇ ਪੈਦਾ ਹੋ ਜਾਵੇ, ਵਾਹਿਗੁਰੂ ਜੋ ਚਾਹੇ ਉਹ ਕਰ ਸਕਦਾ ਹੈ। ਕੱਲਰ ਦੇ ਵਿੱਚ ਤਾਂ ਆਮ ਖੇਤੀ ਪੈਦਾ ਨਹੀਂ ਹੁੰਦੀ, ਤੇ ਜਿਹੜਾ ਕਵਲ ਦਾ ਫੁੱਲ ਹੈ ਉਹ ਤਾਂ ਹੁੰਦਾ ਹੀ ਪੈਦਾ ਪਾਣੀ ਦੇ ਵਿੱਚ ਹੈ। ਪਰ ਵਾਹਿਗੁਰੂ ਚਾਹੇ ਤਾਂ ਕੁਝ ਵੀ ਕਰ ਸਕਦਾ ਹੈ। ਕਰਨ ਹਾਰ ਕਉ ਕਿਛ ਅਚਰਜ ਨਾਹਿ। ਬਿਲਕੁਲ ਇਉਂ ਹੀ ਹੋਇਆ ਕਿ ਜਿਵੇਂ ਕੱਲਰ ਦੇ ਵਿੱਚ ਕਵਲ ਦਾ ਫੁੱਲ ਪੈਦਾ ਹੋ ਗਿਆ ਹੋਵੇ, ਇਵੇਂ ਉਸ ਪਰਮਾਤਮਾ ਤੋਂ ਬੇਮੁਖ ਹਰਣਾਕਸ਼ ਦੇ ਘਰ ਵਿੱਚ ਪਰਮਾਤਮਾ ਦੇ ਭਗਤ ਪ੍ਰਹਿਲਾਦ ਜੀ ਪੈਦਾ ਹੋਏ। ਅਸਲ ਵਿੱਚ ਜਦੋਂ ਕੋਈ ਅੱਤ ਕਰਦਾ ਹੈ ਤਾਂ ਉਸ ਅੱਤ ਦਾ ਅੰਤ ਕਰਨ ਵਾਸਤੇ ਵੀ ਅਕਾਲ ਪੁਰਖ ਵਾਹਿਗੁਰੂ ਆਪੇ ਹੀ ਵਿਧ ਬਣਾ ਦਿੰਦਾ ਹੈ। ਪ੍ਰਹਿਲਾਦ ਜੀ ਪਰਮਾਤਮਾ ਦੇ ਭਗਤ ਨੇ, ਉਹ ਵਾਹਿਗੁਰੂ ਦਾ ਨਾਮ, ਉਹ RAM ਨਾਮ ਜਪਦੇ ਨੇ। ਹਰਣਾਕਸ਼ ਦੇ ਡਰ ਤੋਂ ਕੁੱਲ ਦੁਨੀਆ ਜਿਹੜੀ ਹੈ ਉਸ ਦੀ ਰਾਜਧਾਨੀ ਦੀ, ਉਹ ਹਰਣਾਕਸ਼ ਜਪਦੇ ਨੇ, ਪਰ ਉਹਨਾਂ ਦਾ ਪੁੱਤਰ ਜਿਹੜਾ ਹੈ ਉਹ RAM ਨਾਮ ਜਪਦਾ ਹੈ। ਸੰਡਾ ਔਰ ਅਮਰਕਾ ਜੋ ਵਿਦਿਆਲੇ ਦੇ ਦੋ ਉਸਤਾਦ ਹਨ, ਉਹ ਵੀ ਬਾਲਕਾਂ ਨੂੰ ਹਰਣਾਕਸ਼ ਦਾ ਨਾਮ ਪੜ੍ਹਾਉਂਦੇ ਨੇ, ਫੱਟੀ ਉੱਪਰ ਲਿਖਦੇ ਵੀ ਨੇ। ਪਰ ਪ੍ਰਹਿਲਾਦ ਜੀ ਬਾਗੀ ਹੁੰਦੇ ਨੇ, ਪ੍ਰਮਾਤਮਾ ਤਾਂ ਇੱਕ ਹੈ, ਦੋ ਨਹੀਂ ਹੋ ਸਕਦੇ। ਉਹ ਸਰਬ ਵਿਆਪੀ ਹੈ, ਉਹ ਕਣ ਕਣ ਵਿੱਚ ਰਮਿਆ ਹੋਇਆ ਹੈ। ਮੇਰਾ ਪਿਤਾ ਤਾਂ ਸਰੀਰ ਧਾਰੀ ਹੈ, ਆਖਰ ਨੂੰ ਸਰੀਰ ਦਾ ਅੰਤ ਹੋਣਾ ਹੈ। ਨਾਮ ਤਾਂ ਉਸ ਇੱਕੋ ਇੱਕ ਪਰਮ ਪਿਤਾ ਪਰਮਾਤਮਾ ਦਾ ਜਪਣਾ ਚਾਹੀਦਾ ਹੈ। ਤੇ ਸੰਡੇ ਔਰ ਅਮਰਕੇ ਨੂੰ ਵੀ ਇਹ ਕਹਿ ਦਿੱਤਾ ਸੀ ਪ੍ਰਹਿਲਾਦ ਦੇਖਦੇ ਹੋ ਗੋਪਾਲ। ਤੇ ਜਦੋਂ ਉਹਨਾਂ ਨੇ ਇਹ ਸਮਝਾਉਣ ਦਾ ਯਤਨ ਕੀਤਾ ਕਿ ਤੇਰੇ ਪਿਤਾ ਦਾ ਕਰੜਾ ਹੁਕਮ ਹੈ, ਸ੍ਰੀ ਗੋਪਾਲ ਨਹੀਂ, RAM ਨਾਮ ਨਹੀਂ, ਬਲਕਿ ਹਰਣਾਕਸ਼ ਦਾ ਨਾਮ ਹੀ ਜਪਣਾ ਪਵੇਗਾ,
ਤਾਂ ਉਹਨਾਂ ਨੇ ਬਚਨ ਕੀਤਾ ਸੀ, ਨਹੀਂ ਛੋਡਉ ਰੇ ਬਾਬਾ ਰਾਮ ਨਾਮ, ਮੇਰੋ ਔਰ ਪੜਨ ਸਿਓ ਨਹੀਂ ਕਾਮ। ਹੋਰ ਕੁਝ ਨਹੀਂ ਪੜਨਾ। ਜਦੋਂ ਕੋਈ ਵਸ ਨਾ ਚੱਲਿਆ ਤਾਂ ਸੰਡਾ ਮਰਕਾ ਜਾਏ ਪੁਕਾਰੇ, ਪੜੈ ਨਾਹੀਂ ਹਮ ਹੀ ਪਚਹਾਰੇ। ਰਾਮ ਕਹੈ ਕਰ ਤਾਲ ਬਜਾਵੈ, ਚਟਿਆ ਸਭੇ ਬਿਗਾਰੇ। ਰਾਮ ਨਾਮਾ ਕੋਲ ਜਾ ਕੇ ਸ਼ਿਕਾਇਤ ਲਾਈ ਸੀ ਕਿ ਫਿਰ ਸਾਨੂੰ ਨਾ ਕਹਿਣ ਤੇ ਬਾਕੀ ਚਾਟੜਿਆਂ ਨੂੰ ਵੀ ਉਹ ਵਿਗਾੜ ਰਿਹਾ ਹੈ। ਸੰਡਾ ਮਰਕਾ ਸਭ ਜਾਏ ਪੁਕਾਰੇ, ਪ੍ਰਹਿਲਾਦ ਆਪ ਵਿਗੜਿਆ ਸਭ ਚਾਟੜੇ ਵਿਗਾੜੇ। ਸਾਰੇ ਚਾਟੜੇ ਇਹਨੇ ਰਾਮ ਨਾਮ ਜਪਣ ਤੇ ਲਗਾ ਦਿੱਤੇ ਨੇ। ਹਰਣਾਕਸ਼ ਨੇ ਵੀ ਜਿੱਦ ਪਕੜ ਲਈ ਹੈ ਕਿ ਮੈਂ ਆਪਣੇ ਪੁੱਤਰ ਨੂੰ ਝੁਕਾ ਕੇ ਛੱਡਣਾ, ਰਾਮ ਨਾਮ ਇਹਦੇ ਕੋਲੋਂ ਛਡਾਉਣਾ ਤੇ ਆਪਣਾ ਨਾਮ ਜਪਾਉਣਾ ਹੈ। ਪਰ ਇੱਧਰ ਪ੍ਰਹਿਲਾਦ ਜੀ ਦੇ ਮਨ ਦੀ ਵੀ ਦ੍ਰਿੜਤਾ ਹੈ ਕਿ ਜਪਣਾ ਹੈ ਤਾਂ ਪਰਮ ਪਿਤਾ ਪਰਮਾਤਮਾ ਦਾ ਨਾਮ ਹੀ ਜਪਣਾ ਹੈ। ਲੰਬੇਰੀ ਵਾਰਤਾ ਹੈ, ਬਹੁਤੇ ਵਿਸਥਾਰ ਦਾ ਸਮਾਂ ਨਹੀਂ। ਕਈ ਤਰੀਕਿਆਂ ਦੇ ਨਾਲ ਭਗਤ ਪ੍ਰਹਿਲਾਦ ਜੀ ਨੂੰ ਤਸੀਹੇ ਦਿੱਤੇ ਗਏ, ਕਈ ਤਰੀਕਿਆਂ ਨਾਲ ਜਾਨੋਂ ਮਾਰਨ ਦੇ ਯਤਨ ਕੀਤੇ ਗਏ। ਜਲ ਅਗਨੀ ਵਿੱਚ ਘੱਤਿਆ, ਜਲੈ ਨਾ ਡੂਬੈ ਗੁਰ ਪ੍ਰਸਾਦ। ਪਾਣੀ ਵਿੱਚ ਡੋਬਣਾ ਚਾਹਿਆ, ਪਾਣੀ ਨੇ ਨਹੀਂ ਡੋਬਿਆ। ਅੱਗ ਵਿੱਚ ਸਾੜਨਾ ਚਾਹਿਆ, ਅੱਗ ਨੇ ਨਹੀਂ ਸਾੜਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਰੂਪ ਗੁਰਬਾਣੀ ਦੇ ਵਿੱਚ ਇਹ ਪਾਵਨ ਬਚਨ ਫੁਰਮਾਨ ਕਰਦੇ ਨੇ, ਦੁਸ਼ਟ ਸਭਾ ਮਿਲ ਮੰਤਰ ਪਕਾਇਆ, ਕਰ ਸਹਿ ਔਦ ਕਨੇਰੀ। ਗੇਰ ਤਾਰ ਜਲ ਜਵਾਲਾ ਭੈ ਰਾਖਿਓ, ਰਾਜਾ ਰਾਮ ਮਾਇਆ ਫੇਰੀ। ਦੁਸ਼ਟਾਂ ਦੀ ਸਭਾ ਇਕੱਤਰ ਹੋਈ ਹੈ ਨਾ। ਪ੍ਰਹਿਲਾਦ ਔਰ ਉਸਦੇ ਮੰਤਰੀ ਵਜ਼ੀਰ ਜਿੰਨੇ ਵੀ ਨੇ, ਕੋਈ ਵੀ ਚੰਗੀ ਸਲਾਹ ਦੇਣ ਵਾਲਾ ਨਹੀਂ। ਸਾਰੇ ਹਰਣਾਕਸ਼ ਦੀ ਹਾਂ ਵਿੱਚ ਹਾਂ ਮਿਲਾਉਣ ਵਾਲੇ ਨੇ। ਦੁਸ਼ਟ ਸਭਾ ਮਿਲ ਮੰਤਰ ਪਕਾਇਆ, ਸਲਾਹ ਕੀਤੀ ਮਿਲ ਕੇ ਸਾਰਿਆਂ ਨੇ, ਪ੍ਰਹਿਲਾਦ ਨੂੰ ਜਾਨੋਂ ਖਤਮ ਕਰ ਦਿੱਤਾ ਜਾਵੇ ਤਾਂ ਕਿ ਇਹ ਹੋਰਨਾਂ ਨੂੰ ਵਿਗਾੜ ਨਾ ਦੇਵੇ, ਸਭ ਨੂੰ ਰਾਮ ਨਾਮ ਜਪਣ ਨਾ ਲਾ ਦੇਵੇ। ਕਰ ਸਹਿ ਔਦ ਕਨੇਰੀ, ਕਈ ਤਰੀਕੇ ਵਰਤਦੇ ਨੇ, ਕਈ ਉਪਾਅ ਕਰਦੇ ਨੇ। ਗਿਰ ਪਹਾੜ ਨੂੰ ਕਹਿੰਦੇ ਨੇ, ਤਾਰ ਦਰਖਤਾਂ ਨੂੰ ਕਹਿੰਦੇ ਨੇ। ਜਲ ਦਾ ਭਾਵ ਹੈ ਪਾਣੀ, ਜਵਾਲਾ ਤੋਂ ਭਾਵ ਹੈ ਅੱਗ। ਕਦੇ ਦਰਖਤਾਂ ਤੋਂ ਸੁੱਟਦੇ ਨੇ, ਕਦੇ ਪਹਾੜਾਂ ਤੋਂ ਸੁੱਟਦੇ ਨੇ, ਕਦੇ ਪਾਣੀ ਵਿੱਚ ਡੋਬਣ ਦਾ ਯਤਨ ਕਰਦੇ ਨੇ, ਕਦੇ ਅੱਗ ਵਿੱਚ ਸਾੜਨ ਦਾ ਯਤਨ ਕਰਦੇ ਨੇ। ਪਰ ਵਾਹਿਗੁਰੂ ਨੇ ਕੀਤੀ ਕਿਰਪਾ ਕਿ ਗੇਰ ਤਾਰ ਜਲ ਜਵਾਲਾ ਭੈ ਰਾਖਿਓ। ਪਹਾੜਾਂ ਦੇ, ਦਰਖਤਾਂ ਦੇ, ਪਾਣੀ ਦੇ ਔਰ ਅੱਗ ਦੇ ਹਰ ਤਰ੍ਹਾਂ ਦੇ ਡਰ ਤੋਂ ਭਗਤ ਜੀ ਨੂੰ ਬਚਾ ਕੇ ਰੱਖਿਆ ਹੈ। ਰਾਜਾ ਰਾਮ ਮਾਇਆ ਫੇਰੀ। ਉਸ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੇ ਆਪਣੀ ਮਾਇਆ ਹੀ ਫੇਰ ਦਿੱਤੀ, ਤੱਤਾਂ ਦੇ ਸੁਭਾਅ ਹੀ ਬਦਲ ਦਿੱਤੇ। ਪਹਾੜ ਤੋਂ ਜੇ ਕੋਈ ਡਿੱਗੇ, ਪਹਾੜ ਕਠੋਰ ਨੇ, ਕਰੜੇ ਨੇ, ਉਹਨਾਂ ਦਾ ਸੁਭਾਅ ਹੈ ਸਰੀਰ ਨੂੰ ਛਿੱਲ ਦੇਣਾ, ਹੱਡੀਆਂ ਨੂੰ ਤੋੜ ਦੇਣਾ। ਪਰ ਇੱਥੇ ਪਹਾੜਾਂ ਦਾ ਸੁਭਾਅ ਬਦਲ ਦਿੱਤਾ ਕਿ ਰੂੰ ਵਾਂਗੂ ਨਰਮ ਬਣਾ ਦਿੱਤੇ, ਕੋਮਲ ਬਣਾ ਦਿੱਤੇ। ਪਾਣੀ ਦਾ ਸੁਭਾਅ ਹੈ ਡੋਬਣਾ, ਅੱਗ ਦਾ ਸੁਭਾਅ ਹੈ ਸਾੜਨਾ। ਪਰ ਰਾਜਾ ਰਾਮ ਮਾਇਆ ਫੇਰੀ, ਪ੍ਰਮਾਤਮਾ ਨੇ ਮਾਇਆ ਫੇਰ ਦਿੱਤੀ, ਤੱਤਾਂ ਦਾ ਸੁਭਾਅ ਬਦਲ ਦਿੱਤਾ ਆਪਣੇ ਪਿਆਰੇ ਭਗਤ ਦੇ ਵਾਸਤੇ। ਤੇ ਇਹ ਵਾਰਤਾ ਪ੍ਰਸਿੱਧ ਹੈ ਕਿ ਹਰਣਾਕਸ਼ ਦੀ ਭੈਣ ਔਰ ਪ੍ਰਹਿਲਾਦ ਦੀ ਭੂਆ ਹੈ ਜਿਸ ਦਾ ਨਾਮ ਹੈ ਹੋਲਕਾ। ਉਸ ਨੇ ਵੀ ਭਗਤੀ ਕਰਕੇ ਦੇਵਤਿਆਂ ਪਾਸੋਂ ਵਰਦਾਨ ਪ੍ਰਾਪਤ ਕਰਕੇ ਇੱਕ ਚਾਦਰ, ਇੱਕ ਬਸਤਰ ਇਹੋ ਜਿਹੀ ਪ੍ਰਾਪਤ ਕੀਤਾ ਸੀ ਕਿ ਜੇ ਉਹ ਆਪਣੇ ਦੁਆਲੇ ਲਪੇਟ ਕੇ ਬੈਠ ਜਾਵੇ ਤਾਂ ਅੱਗ ਉਹਨੂੰ ਸਾੜ ਨਹੀਂ ਸੀ ਸਕਦੀ। ਸੋ ਇਹੀ ਉਸ ਵਕਤ ਯਤਨ ਕੀਤਾ ਗਿਆ ਅੱਗ ਦੇ ਵਿੱਚ ਸਾੜਨ ਦਾ। ਹੋਲਕਾ ਲੈ ਕੇ ਚਿਖਾ ਦੇ ਉੱਪਰ ਪ੍ਰਹਿਲਾਦ ਜੀ ਨੂੰ ਆਪਣੇ ਦੁਆਲੇ ਉਹ ਚਾਦਰਾ ਲੈ ਕੇ ਬੈਠੀ ਹੈ। ਚਿਖਾ ਬਾਲ ਦਿੱਤੀ ਗਈ ਹੈ, 9 ਦਿਨ ਅੱਗ ਬਲਦੀ ਰਹੀ ਹੈ। ਪਰ ਪ੍ਰਮਾਤਮਾ ਨੇ ਕੁਝ ਵਿਧ ਹੀ ਐਸੀ ਬਣਾਈ, ਕੁਝ ਹਵਾ ਹੀ ਐਸੀ ਚਲਾਈ ਕਿ ਉਹ ਜਿਹੜੀ ਚਾਦਰ ਸੀ ਉਹ ਹੋਲਕਾ ਉੱਤੋਂ ਉੱਤਰ ਕੇ ਪ੍ਰਹਿਲਾਦ ਜੀ ਉੱਪਰ ਪਈ। ਹੋਲਕਾ ਸੜਬਲ ਰਾਖ ਹੋ ਗਈ ਤੇ ਪ੍ਰਹਿਲਾਦ ਜੀ ਦਾ ਬਚਾਓ ਹੋਇਆ ਸੀ। ਇਹੀ ਦਿਨ ਜਿਹੜੇ ਨੇ ਇਹ ਹੋਲੀਆਂ ਵਜੋਂ ਮਨਾਏ ਜਾਂਦੇ ਨੇ। ਪਰ ਅਸਲ ਵਿੱਚ ਤਾਂ ਇਹ ਚਾਹੀਦਾ ਸੀ ਕਿ ਜੈ ਜੈਕਾਰ ਭਗਤ ਜੀ ਦੀ ਹੁੰਦੀ, ਪ੍ਰਹਿਲਾਦ ਜੀ ਦੀ ਹੁੰਦੀ, ਕਿਉਂਕਿ ਉਹ ਸੱਚ ਦੇ ਪੁਜਾਰੀ ਨੇ ਤੇ ਵਾਹਿਗੁਰੂ ਰੱਖਿਆ ਕਰਦਾ। ਦੁਸ਼ਟ ਸਭਾ ਜਿਹੜੀ ਹੈ ਪ੍ਰਹਿਲਾਦ ਨੂੰ ਮਾਰਨ ਦਾ ਯਤਨ ਕਰਨ ਵਾਲੀ, ਭਾਵੇਂ ਹਰਣਾਕਸ਼ ਹੈ, ਭਾਵੇਂ ਹੋਲਕਾ, ਭਾਵੇਂ ਕੋਈ ਨੇ, ਸਾਰੇ ਦੁਸ਼ਟ ਸੁਭਾਅ ਵਾਲੇ ਸਨ। ਪਰ ਲੋਕ ਇਸ ਸਿਧਾਂਤ ਨੂੰ ਭੁੱਲ ਕੇ ਹੋਲੀ ਹੈ ਕਰਦੇ ਫਿਰਦੇ ਨੇ। ਨਹੀਂ, ਹੋਲੀ ਨਹੀਂ ਹੈ, ਹੋਲੀ ਤਾਂ ਸੜ ਗਈ। ਬਚਿਆ ਸੀ ਭਗਤ ਪ੍ਰਹਿਲਾਦ।
ਸੋ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕਰਕੇ ਆਪਣੇ ਪਿਆਰੇ ਦੀ ਰੱਖਿਆ ਕੀਤੀ, ਦੁਸ਼ਟਾਂ ਦਾ ਨਾਸ ਕੀਤਾ। ਤੇ ਅਗਲੀ ਵਾਰਤਾ ਵੀ ਸੰਗਤਾਂ ਜਾਣਦੀਆਂ ਨੇ। ਜਦੋਂ ਕੋਈ ਕਿਸੇ ਪ੍ਰਕਾਰ ਦਾ ਵਸ ਪ੍ਰਹਿਲਾਦ ਜੀ ਉੱਪਰ ਹਰਣਾਕਸ਼ ਦਾ ਨਹੀਂ ਸੀ ਚੱਲਿਆ, ਲੋਹੇ ਦਾ ਇੱਕ ਵੱਡਾ ਥੰਮ ਤਪਾ ਕੇ ਉਸ ਦੇ ਨਾਲ ਜੱਫੀ ਪਾਉਣ ਦੀ ਕਿਹਾ ਗਿਆ ਸੀ। ਪ੍ਰਹਿਲਾਦ ਜੀ ਨੇ ਰਤਾ ਝਿਜਕ ਮਹਿਸੂਸ ਨਹੀਂ ਕੀਤੀ, ਲੋਹੇ ਦੇ ਅੱਗ ਨਾਲ ਲਾਲ ਹੋਏ ਹੋਏ ਥੰਮਲੇ ਨੂੰ ਵੀ ਜੱਫੀ ਪਾ ਲਈ ਸੀ। ਇੱਕ ਰੋਮ ਤੱਕ ਪ੍ਰਮਾਤਮਾ ਨੇ ਸੜਨ ਨਹੀਂ ਸੀ ਦਿੱਤਾ। ਤੇ ਫੇਰ ਹਾਥ ਖੜਗ ਕਰ ਧਾਇਆ ਅਤ ਅਹੰਕਾਰ, ਹਰ ਤੇਰਾ ਕਹਾ ਤੁਝ ਲਏ ਉਬਾਰ। ਖੜਗ ਖਿੱਚ ਲਈ, ਤੇਗ ਖਿੱਚ ਲਈ ਸੀ ਹਰਣਾਕਸ਼ ਨੇ। ਤੂੰ ਪਹਾੜਾਂ ਤੋਂ ਡਿੱਗ ਗਿਆ ਤਾਂ ਬਚ ਗਿਆ, ਪਾਣੀ ਵਿੱਚ ਡੋਬਣ ਦਾ ਯਤਨ ਕੀਤਾ ਨਹੀਂ ਡੁੱਬਿਆ, ਅੱਗ ਵਿੱਚ ਸਾੜਨ ਦਾ ਯਤਨ ਕੀਤਾ ਨਹੀਂ ਸੜਿਆ। ਮੇਰੀ ਤੇਗ ਤੋਂ ਤੈਨੂੰ ਹੁਣ ਕੌਣ ਬਚਾਵੇਗਾ? ਤੇਰਾ ਹਰੀ ਕਿੱਥੇ ਹੈ? ਬਚਾ ਲਵੇ ਹੁਣ ਮੇਰੇ ਕੋਲੋਂ ਤੈਨੂੰ ਜੇ ਕਿਤੇ ਹੈ ਤਾਂ ਉਸ ਵਕਤ ਖਿੰਨ ਮਹਿ ਭਿਆਨ ਰੂਪ ਨਿਕਸਿਆ ਥੰਮ ਉਪਾੜ। ਭਿਆਨਕ ਰੂਪ ਧਾਰਨ ਕਰਕੇ ਉਸ ਥੰਮ ਨੂੰ ਪਾੜ ਕੇ ਪ੍ਰਮਾਤਮਾ ਪ੍ਰਗਟ ਹੋਏ ਸੀ। ਨਰ ਸਿੰਘ ਦਾ ਰੂਪ ਧਾਰਨ ਕੀਤਾ। ਨਰ ਤੋਂ ਭਾਵ ਮਨੁੱਖ, ਸਿੰਘ ਤੋਂ ਭਾਵ ਸ਼ੇਰ। ਲੱਕ ਤੋਂ ਹੇਠਲਾ ਸਾਰਾ ਧਾੜ ਮਨੁੱਖ ਦਾ ਔਰ ਉੱਪਰਲਾ ਧੜ ਸਾਰਾ ਸ਼ੇਰ ਦਾ ਇਉਂ ਰਲਵਾ ਮਿਲਵਾ ਰੂਪ ਧਾਰਿਆ ਸੀ। ਸੰਧਿਆ ਦਾ ਸਮਾਂ ਹੈ। ਪ੍ਰਹਿਲਾਦ ਜੀ ਦੀ ਰੱਖਿਆ ਵਾਸਤੇ ਹਰਣਾਕਸ਼ ਨੂੰ ਪਕੜ ਲਿਆ ਨਰਸਿੰਘ ਅਵਤਾਰ ਨੇ ਔਰ ਆਪਣੇ ਪੱਟ ਤੇ ਰੱਖ ਲਿਆ। ਕਮਰੇ ਦੀ ਦਹਲੀਜ਼ ਵਿੱਚ ਬੈਠ ਗਏ ਨੇ। ਵੇਖੀ ਭਲਾ ਇਹ ਹਰਣਾਕਸ਼ ਤੂੰ ਅੰਦਰ ਹੈ ਕਿ ਬਾਹਰ ਹੈ? ਅੱਧਾ ਸਰੀਰ ਅੰਦਰ ਸੀ, ਅੱਧਾ ਬਾਹਰ ਸੀ। ਕਹਿੰਦਾ ਜੀ ਨਾ ਅੰਦਰ ਨਾ ਬਾਹਰ। ਫੇਰ ਕਹਿੰਦੇ ਵੇਖੀ ਦਿਨ ਹੈ ਕਿ ਰਾਤ ਹੈ? ਸ਼ਾਮਾਂ ਦਾ ਸਮਾਂ ਸੀ ਜੀ, ਨਾ ਦਿਨ ਤੇ ਨਾ ਰਾਤ। ਫੇਰ ਕਹਿੰਦੇ ਦੇਖ ਧਰਤੀ ਤੇ ਹੈ ਕਿ ਅਸਮਾਨ ਤੇ ਹੈ? ਕਿਉਂਕਿ ਆਪਣਾ ਵਿਸ਼ਾਲ ਰੂਪ ਧਾਰਨ ਕਰਕੇ ਆਪਣੇ ਪੱਟ ਤੇ ਰੱਖ ਲਿਆ ਸੀ। ਕਹਿੰਦਾ ਜੀ ਧਰਤੀ ਤੇ ਵੀ ਨਹੀਂ, ਅਸਮਾਨ ਤੇ ਵੀ ਨਹੀਂ। ਫਿਰ ਦੇਖ ਮੈਂ 84 ਲੱਖ ਜੂਨ ਦੇ ਵਿੱਚੋਂ ਕਿਸੇ ਜੂਨ ਵਿੱਚੋਂ ਤਾਂ ਨਹੀਂ? ਕਹਿੰਦਾ ਨਹੀਂ। ਮੇਰੇ ਹੱਥ ਵਿੱਚ ਕੋਈ ਸ਼ਸਤਰ ਤਾਂ ਨਹੀਂ? ਕੋਈ ਸ਼ਸਤਰ ਨਹੀਂ। ਲੈ ਸਾਰੇ ਵਰਦਾਨ ਵੀ ਪੂਰੇ, ਕਿਸੇ ਵਰਦਾਨ ਦੀ ਉਲੰਘਣਾ ਵੀ ਨਹੀਂ ਹੋਈ। ਇਉਂ ਕਹਿ ਕੇ ਉਹ ਸ਼ੇਰ ਵਾਲੀਆਂ ਜਿਹੜੀਆਂ ਨੌਂਦਰਾਂ ਸਨ, ਹਰਣਾਕਸ਼ ਨਖੀ ਬਿਦਾਰਿਆ, ਪ੍ਰਹਿਲਾਦ ਲਿਆ ਉਬਾਰ। ਉਹਨਾਂ ਨੌਹਾਂ ਦੇ ਨਾਲ ਉਸ ਵਕਤ ਤਾੜ ਸੁੱਟਿਆ ਸੀ ਹਰਣਾਕਸ਼ ਨੂੰ ਤੇ ਪ੍ਰਹਿਲਾਦ ਜੀ ਦੀ ਉਸ ਵਕਤ ਰੱਖਿਆ ਕੀਤੀ ਸੀ। ਸਤਿਗੁਰੂ ਸੱਚੇ ਪਾਤਸ਼ਾਹ ਭਗਤ ਰਸਨਾ ਰਾਹੀਂ ਗੁਰਬਾਣੀ ਵਿੱਚ ਇਹ ਪਾਵਨ ਬਚਨ ਫਰਮਾਨ ਕਰਦੇ ਨੇ ਕਿ ਇਹੋ ਜਿਹਾ ਵੀਰ ਰਸੀ, ਇਹੋ ਜਿਹਾ ਉਗਰ ਰੂਪ ਉਸ ਵੇਲੇ ਨਰਸਿੰਘ ਰੂਪ ਵਿੱਚ ਧਾਰਨ ਕੀਤਾ ਸੀ ਕਿ ਸਾਰੇ ਥਰ ਥਰ ਕੰਬਦੇ ਨੇ, ਸਾਰੇ ਡਰਦੇ ਨੇ। ਤੇ ਉਸ ਵਕਤ ਲక్ష్ਮੀ ਜੀ ਕੋਲ ਜਾ ਕੇ ਇਹ ਪੁਕਾਰਾਂ ਕਰਦੇ ਆ, ਬੇਨਤੀ ਕਰਦੇ ਨੇ, ਮਾਤਾ नरसिंह का रूप निवार, देव कुली लक्ष्मी को करह जयकार, माता नरसिंह का रूप निवार। जिन्ने देवी देवते भी ने वो भी भै धारण करते हुए लक्ष्मी अगे पुकारा करते है कि माता तू बेनती कर भगवान नू कि नरसिंह का रूप हुण निवृत्त कर लैण, अलोप कर लैण। सारे संसार विच डर छा रहा है, पर लक्ष्मी भाओ करै ना साकै जाए। ਜਿਹੜੀ ਲక్ష్ਮੀ ਹੈ ਉਹ ਵੀ ਡਰ ਧਾਰਨ ਕਰਦੀ ਹੈ, ਉਹਦਾ ਵੀ ਭਗਵਾਨ ਦੇ ਨੇੜੇ ਜਾਣ ਦਾ ਹੌਸਲਾ ਨਹੀਂ ਪੈਂਦਾ। ਤੇ ਆਖਰ ਹੁਣ ਪ੍ਰਹਿਲਾਦ ਜਨ ਚਰਣੀ ਲਾਗਾ ਆਏ। ਪ੍ਰਹਿਲਾਦ ਜੋ ਪ੍ਰਮਾਤਮਾ ਦੇ ਪਿਆਰੇ ਜਨ ਭਗਤ ਨੇ, ਉਹ ਆ ਕੇ ਚਰਣੀ ਲੱਗੇ ਨੇ ਤੇ ਉਹਨਾਂ ਨੇ ਭਗਵਾਨ ਦੇ ਉਸ ਰੂਪ ਨੂੰ ਸ਼ਾਂਤ ਕੀਤਾ ਹੈ। ਇਉਂ ਇਹ ਸਾਰੀ ਵਾਰਤਾ ਸਤਿਗੁਰੂ ਜੀ ਨੇ ਵੱਖਰੇ ਵੱਖਰੇ ਸ਼ਬਦਾਂ ਵਿੱਚ ਅੰਮ੍ਰਿਤ ਰੂਪ ਗੁਰਬਾਣੀ ਵਿੱਚ ਉਚਾਰਨ ਕੀਤੀ ਹੈ। ਇਸ ਵਾਰਤਾ ਦੀ ਯਾਦ ਵਿੱਚ ਇਹ ਹੋਲੀ ਦਾ ਪਰਵ ਜਿਹੜਾ ਸੀ ਚੱਲਿਆ ਸੀ, ਪਰ ਹਿੰਦੁਸਤਾਨ ਵਾਸੀ ਇਸ ਅਸਲੀ ਵਾਰਤਾ ਨੂੰ ਭੁੱਲ ਗਏ ਉਸ ਪਰਮ ਪਿਤਾ ਪਰਮਾਤਮਾ ਨੂੰ, ਭੁੱਲ ਗਏ ਉਸ ਵਾਹਿਗੁਰੂ ਦੇ ਸਿਧਾਂਤ ਨੂੰ ਕਿ ਜੋ ਜੋ ਤੇਰੇ ਭਗਤ ਦੁਖਾਏ ਉਹ ਤਤਕਾਲ ਤੁਮ ਮਾਰਾ। ਵਾਹਿਗੁਰੂ ਭਗਤਾਂ ਦੀ ਰੱਖਿਆ ਕਰਦਾ ਹੈ, ਵਾਹਿਗੁਰੂ ਦੁਸ਼ਟਾਂ ਦਾ ਵਿਨਾਸ਼ ਕਰਦਾ ਹੈ। ਉਸ ਪਰਮਾਤਮਾ ਦੀ ਸ਼ਰਨ ਵਿੱਚ ਆਉਣਾ ਚਾਹੀਦਾ ਹੈ। ਇਹ ਸਿਧਾਂਤ ਭੁੱਲ ਕੇ ਕੇਵਲ ਤੇ ਕੇਵਲ ਖੇ ਖਰਾਬੀਆਂ ਔਰ ਤਰ੍ਹਾਂ ਤਰ੍ਹਾਂ ਦੀਆਂ ਸ਼ਰਾਰਤਾਂ, ਤਰ੍ਹਾਂ ਤਰ੍ਹਾਂ ਦੇ ਭੈੜੇ ਕਰਮਾਂ ਦਾ ਸਾਧਨ ਇਸ ਹੋਲੀ ਦੇ ਤਿਉਹਾਰ ਨੂੰ ਬਣਾ ਲਿਆ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਮੇਂ ਦੀ ਨਬਜ ਨੂੰ ਪਛਾਣਦਿਆਂ ਹੋਇਆਂ ਇਹ ਕੁਰੀਤੀਆਂ, ਇਹ ਤਰ੍ਹਾਂ ਤਰ੍ਹਾਂ ਦੇ ਐਬ, ਇਹ ਤਰ੍ਹਾਂ ਤਰ੍ਹਾਂ ਦੇ ਔਗਣ ਸਮਾਜ ਵਿੱਚੋਂ ਮੇਟਦਿਆਂ ਹੋਇਆਂ ਆਪਣੇ ਖਾਲਸੇ ਨੂੰ ਹੋਲੀ ਦੀ ਜਗ੍ਹਾ ਤੇ ਹੋਲੇ ਦੀ ਦਾਤ ਬਖਸ਼ਿਸ਼ ਕੀਤੀ ਹੈ। ਜੇ ਆਪਾਂ ਸਾਧ ਸੰਗਤ ਜੀ ਅਕਾਲ ਪੁਰਖ ਵਾਹਿਗੁਰੂ ਦੇ ਵੱਲੋਂ ਚੱਲਦੇ ਹੋਏ ਸਮੇਂ ਦੇ ਚੱਕਰ ਦੀ ਗਣਨਾ ਕਰੀਏ, ਇੱਕ ਸੂਰਜੀ ਕੈਲੰਡਰ ਹੈ, ਇੱਕ ਚੰਦਰ ਕੈਲੰਡਰ ਹੈ। ਚੰਦਰ ਕੈਲੰਡਰ ਦੀ ਸੰਪੂਰਨਤਾ ਹੁੰਦੀ ਹੈ ਫੱਗਣ ਦੀ ਪੁੰਨਿਆ ਵਾਲੇ ਦਿਨ।
ਤੇ ਉਸ ਤੋਂ ਅੱਗੇ ਫਿਰ ਅਗਲਾ ਚੇਤਰ ਦਾ ਮਹੀਨਾ ਜਿਹੜਾ ਹੈ ਇਹ ਆਰੰਭ ਹੋ ਜਾਂਦਾ ਹੈ। ਇਉਂ ਇਹ ਚੰਦਰ ਕੈਲੰਡਰ ਮੁਤਾਬਕ ਨਵੇਂ ਸਾਲ ਦੀ ਅੱਜ ਆਰੰਭਤਾ ਹੋਈ ਹੈ ਤੇ ਇਹੀ ਚੇਤਰਵਦੀ ਏਕਮ ਦਾ ਜਿਹੜਾ ਦਿਨ ਹੈ ਨਵੇਂ ਸਾਲ ਦੀ ਆਰੰਭਤਾ ਦਾ ਦਿਨ, ਇਹੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਹੋਲੇ ਵਜੋਂ ਚੁਣਿਆ ਹੈ। ਫੱਗਣ ਦੀ ਪੁੰਨਿਆ ਵਾਲੇ ਦਿਨ ਹੋਲੀ ਮਨਾਈ ਜਾਂਦੀ ਸੀ, ਉਸ ਤੋਂ ਅਗਲਾ ਦਿਨ ਜਿਹੜਾ ਹੈ ਇਹ ਨਵੇਂ ਸਾਲ ਦਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਹੋਲੇ ਦੇ ਵਜੋਂ ਚੁਣ ਕੇ ਇਸ ਦਿਹਾੜੇ ਤੇ ਆਪਣੇ ਖਾਲਸੇ ਨੂੰ ਜ਼ੁਲਮ ਦੇ ਵਿਰੁੱਧ ਜੂਝਣ ਦੇ ਵਾਸਤੇ ਸ਼ਸਤਰ ਵਿਦਿਆ ਦਾ ਅਭਿਆਸ ਕਰਨ ਦੀ ਪ੍ਰੇਰਣਾ ਦਿੱਤੀ ਹੈ। ਅੰਮ੍ਰਿਤ ਰੂਪ ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਅੰਤਰੀਵ ਹੋਲੀ ਦਾ ਵੀ ਵਰਣਨ ਕੀਤਾ ਹੈ। ਦੋਨੋਂ ਪੱਖ ਨੇ ਨਾ, ਅੰਤਰੀਵ ਵੀ ਔਰ ਬਾਹਰੀ ਵੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਰੂਪ ਗੁਰਬਾਣੀ ਵਿੱਚ ਬਚਨ ਫਰਮਾਉਂਦੇ ਨੇ। ਬਸੰਤ ਰਾਗ ਵਿੱਚ ਕਈ ਵੇਰ ਸੰਗਤਾਂ ਨੇ ਇਹ ਸ਼ਬਦ ਸਰਵਣ ਕੀਤੇ ਹੋਣਗੇ ਕਿ ਗੁਰ ਸੇਵਕ ਕਰ ਨਮਸਕਾਰ, आज हमारा मंगल चार, आज हमारा महा आनंद, चिंत लथी भेटे गोबिंद, आज हमारे गृह बसंत, गुण गाए प्रभ तुम बेअंत। ਅੱਜ ਸਾਡੇ ਹਿਰਦੇ ਰੂਪੀ ਘਰ ਵਿੱਚ ਬਸੰਤ ਖਿੜ ਗਈ ਹੈ। ਜਿਵੇਂ ਸਿਆਲੇ ਦੀ ਰੁੱਤ ਵਿੱਚ ਗਾਂ ਅੱਗੇ ਪਤਝੜ ਆਉਂਦੀ ਹੈ, ਦਰਖਤਾਂ ਦੇ ਪੱਤੇ ਝੜ ਜਾਂਦੇ ਨੇ, ਦਰਖਤ ਰੁੰਡ ਮੁੰਡ ਹੋ ਜਾਂਦੇ ਨੇ, ਠੰਡ ਔਰ ਕੋਹਰੇ ਦੇ ਪ੍ਰਭਾਵ ਨਾਲ ਬਨਸਪਤੀ ਵੀ ਸੜ ਸੁੱਕ ਜਾਂਦੀ ਹੈ। ਪਰ ਇਸ ਤੋਂ ਬਾਅਦ ਜਦੋਂ ਬਸੰਤ ਦੀ ਰੁੱਤ ਆਉਂਦੀ ਹੈ ਤਾਂ ਸਾਰੀ ਬਨਸਪਤੀ ਵੀ ਸਰਸਬਜ਼ ਹੁੰਦੀ ਹੈ, ਦਰਖਤਾਂ ਦੀਆਂ ਵੀ ਨਵੀਆਂ ਕਰੋਂਬਲਾਂ ਫੁੱਟਦੀਆਂ ਨੇ ਤੇ ਨਵੇਂ ਜੋਬਨ ਦੇ ਨਾਲ ਦਰਖਤ ਫਿਰ ਲਹਿ ਲਹਾਉਂਦੇ ਹਨ। ਚਾਰ ਚਫੇਰੇ ਧਰਤੀ ਉੱਪਰ ਬਹਾਰ ਰੁੱਤ ਦੀ ਸੋਭਾ ਫੈਲ ਜਾਂਦੀ ਹੈ। ਇਵੇਂ ਹੀ ਜੀਵ ਦੇ ਹਿਰਦੇ ਵਿੱਚ ਜੜਤਾ ਦੀ ਠੰਡ ਪੈਣ ਕਰਕੇ ਮਾਨੋ ਕਿ ਸ਼ੁਭ ਗੁਣਾਂ ਦੀ ਪਤਝੜ ਹੋਈ ਹੈ। ਸੁੱਕੀਆਂ ਲੱਕੜਾਂ ਵਰਗੇ ਕਠੋਰ ਹਿਰਦੇ ਜੀਵਾਂ ਦੇ ਸਾਡੇ ਸਭਨਾਂ ਦੇ ਹੋਏ ਨੇ। ਜਦ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਹੁੰਦੀ ਹੈ, ਕਿਰਪਾ ਰੂਪੀ ਬਸੰਤ ਰੁੱਤ ਆਉਂਦੀ ਹੈ, ਤਾਂ ਉਸ ਵਕਤ ਸੁੱਕੇ ਸੜੇ ਹਿਰਦੇ ਜਿਹੜੇ ਨੇ ਇਹ ਵੀ ਹਰੇ ਭਰੇ ਹੋ ਜਾਂਦੇ ਨੇ। ਮਨ ਅੰਦਰ ਸ਼ੁਭ ਗੁਣਾਂ ਦੀਆਂ ਕਰੂੰਬਲਾਂ ਫੁੱਟਦੀਆਂ ਨੇ ਤੇ ਇਉਂ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਭ ਤਨ ਮਨ ਹਰਿਆ ਹੋਇਆ, ਮਨ ਖਿੜਿਆ ਹਰਿਆ ਬਾਗ, ਐਸੀ ਅਵਸਥਾ ਦੀ ਪ੍ਰਾਪਤੀ ਹੋ ਜਾਂਦੀ ਹੈ। ਸੋ ਇਸ ਪ੍ਰਕਾਰ ਆਜ ਹਮਾਰੇ ਗ੍ਰਹਿ ਬਸੰਤ, ਗੁਰੂ ਕੀ ਕਿਰਪਾ ਦੇ ਨਾਲ ਸਾਡੇ ਹਿਰਦੇ ਦੇ ਵਿੱਚ ਬਸੰਤ ਦਾ ਖੇੜਾ ਆ ਗਿਆ ਹੈ। ਕਿਵੇਂ ਆਇਆ? ਗੁਣ ਗਾਏ ਪ੍ਰਭ ਤੁਮ ਬੇਅੰਤ। ਬੇਅੰਤ ਰੂਪ ਅਕਾਲ ਪੁਰਖ ਜੀ ਆਪ ਜੀ ਦੇ ਗੁਣ ਗਾਇਨ ਕੀਤੇ ਨੇ, ਜਿਹਦੇ ਨਾਲ ਸੁੱਕੇ ਸੜੇ ਹਿਰਦਿਆਂ ਵਿੱਚ ਹਰਿਆਵਲਤਾ ਆਈ ਹੈ, ਖੇੜਾ ਆਇਆ ਹੈ, ਆਨੰਦ ਆਇਆ ਹੈ। ਤੇ ਮਹਾਰਾਜ ਅੱਗੇ ਬਚਨ ਕਰਦੇ ਨੇ, ਹੋਲੀ ਕੀਨੀ ਸੰਤ ਸੇਵ, ਰੰਗ ਲਾਗਾ ਅਤ ਲਾਲ ਦੇਵ। ਦੁਨੀਆ ਦੇ ਲੋਕ ਹੋਲੀ ਖੇਡਦੇ ਨੇ, ਪਿਚਕਾਰੀਆਂ ਭਰ ਮਾਰਦੇ ਨੇ, ਹੋਰ ਤਰ੍ਹਾਂ ਦੇ ਰੰਗ ਉਡਾਉਂਦੇ ਨੇ, ਪਰ ਗੁਰਮੁਖਾਂ ਨੇ ਹੋਲੀ ਕੀਨੀ, ਹੋਲੀ ਖੇਡੀ ਹੈ। ਕਿਹੜੀ ਹੋਲੀ? ਸੰਤ ਸੇਵ, ਸਤ ਸੰਗਤ ਦੀ ਸੇਵਾ, ਗੁਰੂ ਕੇ ਸੰਤਾਂ ਪਿਆਰਿਆਂ ਦੀ ਸੇਵਾ, ਨਾਮ ਜਪਣ ਵਾਲਿਆਂ ਸਿਮਰਨ ਅਭਿਆਸੀਆਂ ਦੀ ਸੰਗਤ। ਇਹ ਅੰਤਰੀਵ ਹੋਲੀ ਗੁਰਮੁਖਾਂ ਪਿਆਰਿਆਂ ਖੇਡਣਾ ਕੀਤੀ ਹੈ। ਆ ਬਾਹਰ ਦੀ ਹੋਲੀ ਖੇਡਿਆਂ ਕੋਈ ਗਿੱਲੇ ਸੁੱਕੇ ਰੰਗ ਪਾਇਆ, ਕੁਝ ਚਿਹਰਾ, ਕੁਝ ਸਰੀਰ ਦੇ ਅੰਗ, ਕੁਝ ਕੱਪੜੇ ਜਿਹੜੇ ਨੇ ਤਰ੍ਹਾਂ ਦੇ ਰੰਗਾਂ ਨਾਲ ਭਰ ਜਾਂਦੇ ਨੇ, ਸਰੀਰ ਦਾ ਨੁਕਸਾਨ ਵੀ ਕਰ ਦਿੰਦੇ ਨੇ, ਹੋਰ ਵੀ ਕਈ ਪ੍ਰਕਾਰ। ਸੋ ਇਹਦੇ ਵਿੱਚ ਐਬ ਹਨ, ਔਗਣ ਹਨ। ਪਰ ਜਿਹੜੀ ਗੁਰਮੁਖਾਂ ਦੀ ਸੰਗਤ ਵਿੱਚ ਨਾਮ ਰੂਪੀ ਹੋਲੀ ਖੇਡੀ ਹੈ ਨਾ, ਉਹਦੇ ਨਾਲ ਰੰਗ ਲਾਗਾ ਅਤ ਲਾਲ ਦੇਵ। ਅਤ ਲਾਲ ਸੁੰਦਰ ਗੂੜਾ ਜਿਹੜਾ ਉਸ ਦੇਵ ਪ੍ਰਕਾਸ਼ ਰੂਪ ਵਾਹਿਗੁਰੂ ਦਾ ਰੰਗ ਹੈ, ਉਸ ਪ੍ਰਮਾਤਮਾ ਦੇ ਪ੍ਰੇਮ ਦਾ ਰੰਗ ਹੈ, ਉਹ ਹਿਰਦੇ ਨੂੰ ਲੱਗ ਗਿਆ ਹੈ। ਐਸੀ ਹੋਲੀ ਗੁਰਮੁਖ ਪਿਆਰੇ ਅੰਤਰੀਵ ਰੂਪ ਵਿੱਚ ਖੇਡਦੇ ਨੇ। ਔਰ ਬਾਹਰੀ ਰੂਪ ਵਿੱਚ ਜ਼ੁਲਮ ਦੇ ਟਾਕਰੇ ਵਾਸਤੇ, ਵੀਰ ਰਸ ਦੀ ਕਾਇਮੀ ਦੇ ਵਾਸਤੇ, ਜੁਰਤ ਅਣਖ ਅਤੇ ਗੈਰਤ ਦੇ ਵਾਸਤੇ ਧੰਨ ਕਲਗੀਧਰ ਪਾਤਸ਼ਾਹ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਇਹ ਹੋਲੇ ਮਹੱਲੇ ਦਾ ਜਿਹੜਾ ਜੋੜ ਮੇਲਾ ਹੈ ਇਹ ਆਰੰਭ ਕੀਤਾ ਹੈ। 1699 ਈਸਵੀ 1756 ਬਿਕਰਮੀ ਵਿਸਾਖੀ ਵਾਲੇ ਦਿਨ ਸਤਿਗੁਰੂ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਹੈ। ਔਰ ਇਸ ਤੋਂ 2 ਸਾਲ ਬਾਅਦ 1701 ਈਸਵੀ ਵਿੱਚ ਸਤਿਗੁਰੂ ਗਰੀਬ ਨਵਾਜ ਜੀ ਨੇ ਇਹ ਹੋਲੇ ਦਾ ਜਿਹੜਾ ਜੋੜ ਮੇਲਾ ਹੈ ਇਹ ਆਰੰਭ ਕੀਤਾ ਹੈ। ਹੋਲਾ ਮਹੱਲਾ, ਹੋਲਾ ਤੋਂ ਭਾਵ ਹਮਲਾ ਤੇ ਮਹੱਲਾ ਤੋਂ ਭਾਵ ਹਮਲੇ ਦੀ ਜਗ੍ਹਾ। ਅੱਜ ਕੱਲ ਮਹੱਲਾ ਮੰਮੇ ਦੇ ਨਾਲ ਔਂਕੜ ਪਾ ਕੇ ਲਿਖਣ ਲੱਗ ਪਏ ਅਗਿਆਨਤਾ ਵਿੱਚ, ਪਰ ਮੰਮੇ ਔਂਕੜ ਮੁਹੱਲਾ ਨਹੀਂ, ਮੰਮਾ ਮੁਕਤਾ ਦੇ ਨਾਲ ਮਹੱਲਾ ਹੈ। ਮਹੱਲਾ ਉਹ ਜਗ੍ਹਾ ਜਿਸ ਜਗ੍ਹਾ ਤੇ ਜਾ ਕੇ ਹਮਲਾ ਹੋਣਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਨੇ ਐਸੀ ਕਿਰਪਾ ਕੀਤੀ ਹੈ ਖਾਲਸਾ ਪੰਥ ਦੀਆਂ ਜੰਗੀ ਮਸ਼ਕਾਂ ਦੇ ਵਾਸਤੇ, ਕਿਉਂਕਿ ਅੱਜ ਕੱਲ ਵੀ ਅਸੀਂ ਵੇਖਦੇ ਹਾਂ ਨਾ, ਹਰ ਦੇਸ਼ ਦੀ ਆਪੋ ਆਪਣੀ ਮਿਲਟਰੀ ਹੈ, ਆਪੋ ਆਪਣੀ ਫੌਜ ਹੈ।
ਔਰ ਇੱਕ ਮਿੱਥੇ ਸਮੇਂ ਵਿੱਚ ਉਹ ਫੌਜ ਦੀਆਂ ਜੰਗੀ ਮਸ਼ਕਾਂ ਹੁੰਦੀਆਂ ਨੇ, ਜੰਗੀ ਅਭਿਆਸ ਹੁੰਦਾ ਹੈ। ਇਹੋ ਜੰਗੀ ਅਭਿਆਸ ਸਤਿਗੁਰੂ ਜੀ ਆਪਣੀਆਂ ਖਾਲਸਾ ਫੌਜਾਂ ਦਾ ਆਪਣੀ ਨਿਗਰਾਨੀ ਵਿੱਚ ਕਰਾਇਆ ਕਰਦੇ ਸਨ। 2 ਦਲ ਖਾਲਸੇ ਦੇ ਬਣਾ ਲੈਣੇ, ਇੱਕ ਜਗ੍ਹਾ ਆਕੀ ਮਿਥ ਲੈਣੀ ਤੇ ਇੱਕ ਦਲ ਉਸ ਜਗ੍ਹਾ ਤੇ ਕਾਬਜ, ਦੂਸਰਾ ਦਲ ਹਮਲਾ ਕਰਕੇ ਉਸ ਜਗ੍ਹਾ ਨੂੰ ਛਡਾਉਣ ਦਾ ਯਤਨ ਕਰਦਾ ਹੈ। ਜਿਹੜੇ ਕਾਬਜ ਨੇ ਉਹ ਆਪਣਾ ਕਬਜ਼ਾ ਰੱਖਣ ਦਾ ਯਤਨ ਕਰਦੇ ਨੇ। ਇਹ ਦੋਹਾਂ ਪਾਸਿਆਂ ਤੋਂ ਬਨਾਵਟੀ ਜੰਗ ਹੁੰਦੀ ਹੈ। ਜਿਹੜਾ ਪੱਖ ਜਿੱਤਦਾ ਉਹਨਾਂ ਨੂੰ ਸਤਿਗੁਰੂ ਜੀ ਬਖਸ਼ਿਸ਼ਾਂ ਕਰਦੇ ਐ, ਜਿਹੜਾ ਪੱਖ ਹਾਰਦਾ ਉਹਨਾਂ ਨੂੰ ਹੋਰ ਜੰਗੀ ਵਿੱਦਿਆ ਦੇ ਅਭਿਆਸ ਕਰਾਉਂਦੇ ਐ। ਇਹ ਹੋਲੇ ਮਹੱਲੇ ਦਾ ਜੋ ਸ਼ੀਲਾ ਜੋੜ ਮੇਲਾ ਸਤਿਗੁਰੂ ਗਰੀਬ ਨਿਵਾਜ ਜੀ ਨੇ ਆਪਣੇ ਖਾਲਸੇ ਨੂੰ ਬਖਸ਼ਿਸ਼ ਕੀਤਾ ਹੈ ਔਰ ਇਹਦੇ ਵਿੱਚੋਂ ਹਮੇਸ਼ਾ ਚੜ੍ਹਦੀ ਕਲਾ ਦਾ ਸੁਨੇਹਾ ਮਿਲਦਾ ਹੈ। ਬੜੇ ਸੁੰਦਰ ਬਚਨ ਕੌਮ ਦੇ ਮਹਾਨ ਵਿਦਵਾਨ ਕਵੀ ਰਾਜ ਸੰਤ ਨਿਹਾਲ ਸਿੰਘ ਜੀ ਨੇ ਹੋਲੇ ਮਹੱਲੇ ਬਾਰੇ ਆਪਣੇ ਕਵਿਤ ਉਚਾਰਨ ਕਰਕੇ ਲਿਖੇ ਹੋਏ ਨੇ। ਕਹਿੰਦੇ ਨੇ ਔਰਨ ਕੀ ਆਰਤੀ ਸੋ ਆਰਤਾ ਗੁਰਦੇਵ ਜੂ ਕੋ। ਹੋਰਨਾਂ ਦੀ ਆਰਤੀ ਹੁੰਦੀ ਹੈ ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ का ਆਰਤਾ ਹੈ, ਗੁਰੂ का ਖਾਲਸਾ ਆਰਤਾ ਕਰਦਾ ਹੈ। ਔਰਨ ਕੀ ਬੋਲੀ ਮਹਾਦੇਵ ਜੂ ਕੋ ਬੋਲਾ ਹੈ। ਹੋਰਨਾਂ ਦੀਆਂ ਤੀਆਂ ਬੋਲੀਆਂ ਹੁੰਦੀਆਂ ਨੇ ਪਰ ਗੁਰੂ ਕੇ ਸਿੰਘਾਂ ਦਾ, ਗੁਰੂ ਕੇ ਖਾਲਸੇ ਦਾ ਬੋਲਾ ਹੋਇਆ ਕਰਦਾ ਹੈ। ਇਸੇ ਪ੍ਰਕਾਰ ਕਹਿੰਦੇ ਨੇ ਅੰਬਕਾ ਕੜਾਹੀ ਮਹਾਰਾਜ ਜੂ ਕੋ ਕੜਾਹ ਸੁਦਾ। ਦੇਵੀ ਦੇਵਤਿਆਂ ਦੀ ਕੜਾਹੀ ਹੁੰਦੀ ਹੈ। ਅੱਜ ਕੱਲ ਵੀ ਕੋਈ ਦੇਵੀ ਦੁਆਰੇ ਜਾਵੇ, ਪੁਜਾਰੀ ਕਹਿੰਦੇ ਨੇ ਕਿ ਦੇਵੀ ਦੀ ਕੜਾਹੀ ਸੁਖੋ, ਦੇਵੀ ਨੂੰ ਕੜਾਹੀ ਅਰਪਣ ਕਰੋ। ਪਰ ਮਹਾਰਾਜ ਕੋ ਕੜਾਹ ਸੁਦਾ, ਗੁਰੂ ਮਹਾਰਾਜ ਦਾ ਕੜਾਹ ਹੈ ਅੰਮ੍ਰਿਤ ਰੂਪ। ਔਰ ਇਸੇ ਪ੍ਰਕਾਰ ਚੋਲੀ ਸੋ ਬਾਲਨ ਕੀ, ਸੋ ਇਸ ਪ੍ਰਕਾਰ ਕਹਿੰਦੇ ਨੇ ਕਿ ਗੁਰੂ ਕੇ ਸਿੰਘਾਂ ਦਾ ਚੋਲਾ, ਹੋਰਨਾਂ ਦੀ ਚੋਲੀ ਹੁੰਦੀ ਹੈ, ਗੁਰੂ ਕੇ ਸਿੰਘਾਂ ਦਾ ਜਿਹੜਾ ਹੈ ਇਹ ਚੋਲਾ ਹੁੰਦਾ ਹੈ। ਸੋ ਐਸੇ ਅਨੇਕਾਂ ਬਚਨ ਕਰਦਿਆਂ ਹੋਇਆਂ ਆਖਰ ਕਹਿੰਦੇ ਨੇ ਦੇਵੀ ਦੇਵ ਸਿੱਧਨ ਕੀ ਲੋਕ ਮੈਂ ਪ੍ਰਸਿੱਧ ਹੋਲੀ, ਸ੍ਰੀ ਗੁਰੂ ਗੋਬਿੰਦ ਸਿੰਘ ਜੂ ਕੋ ਆਜ ਹੋਲਾ ਹੈ। ਦੇਵੀ ਦੇਵਤਿਆਂ ਦੀ ਸਿੱਧਾਂ ਦੀ ਹੋਲੀ ਜਗਤ ਵਿੱਚ ਪ੍ਰਸਿੱਧ ਹੈ ਪਰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ ਅੱਜ ਹੋਲਾ ਹੈ। ਇਸ ਹੋਲੇ ਦੇ ਪਰਬ ਦੇ ਉੱਪਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਵਿਖੇ ਅਨੇਕ ਪ੍ਰਕਾਰ ਦੇ ਕੌਤਕ ਕੀਤੇ ਨੇ। ਹੋਲੇ ਦਾ ਪਰਬ ਜੋ ਅੱਖੀਂ ਵੇਖਿਆ ਕੌਮ ਦੇ ਮਹਾਨ ਵਿਦਵਾਨ ਗੁਰੂ ਕੇ ਹਜ਼ੂਰੀ ਕਵੀਆਂ ਵਿੱਚੋਂ ਸ਼੍ਰੋਮਣੀ ਕਵੀ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ, ਉਹਨਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇਹਨਾਂ ਬਾਹਰੀ ਕੌਤਕਾਂ ਦਾ ਵੀ ਵਰਣਨ ਕੀਤਾ ਹੈ। ਕਿਉਂਕਿ ਖਾਲਸੇ ਨੂੰ ਜਿੱਥੇ ਜੰਗੀ ਵਿੱਦਿਆ ਦੇ ਕਰਤੱਵ ਮਹਾਰਾਜ ਨੇ ਬਖਸ਼ਿਸ਼ ਕੀਤੇ ਨੇ, ਉੱਥੇ ਨਾਲ ਹੀ ਗੁਰੂ ਕੇ ਖਾਲਸੇ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੋੜ ਮੇਲੇ ਦੀਆਂ ਬਾਹਰੀ ਰੌਣਕਾਂ ਵੀ ਬਖਸ਼ਿਸ਼ ਕੀਤੀਆਂ, ਅਨੇਕਾਂ ਖੁਸ਼ੀਆਂ ਤੇ ਖੇੜੇ ਵੀ ਬਖਸ਼ਿਸ਼ ਕੀਤੇ ਨੇ। ਇਹ ਵਰਣਨ ਆਉਂਦਾ ਹੈ ਗੁਰ ਇਤਿਹਾਸ ਦੇ ਵਿੱਚ ਕਿ ਹੋਲੇ ਦੇ ਮੌਕੇ ਤੇ ਬਚਨ ਹੋਏ ਸੀ ਕਿ ਸਾਰੇ ਗੁਰਸਿੱਖ ਸਫੈਦ ਬਸਤਰ ਪਹਿਨ ਕੇ ਆਉਣ। ਸਭਨਾਂ ਨੇ ਸਫੈਦ ਬਸਤਰ ਪਹਿਨੇ ਹੈ। ਸਤਿਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੇ ਹੱਥ ਵਿੱਚ ਪਿਚਕਾਰੀ ਲੈਂਦੇ ਹੈ। ਕੇਸਰੀ ਰੰਗ ਘੋਲ ਕੇ ਉਸ ਕੇਸਰੀ ਰੰਗ ਦੀ ਪਿਚਕਾਰੀ ਦੇ ਨਾਲ ਸਭਨਾਂ ਦੇ ਉੱਪਰ ਸਤਿਗੁਰੂ ਜੀ ਰੰਗ ਛਿੜਕ ਕੇ ਸਭਨਾਂ ਦੇ ਜਿਹੜੇ ਬਾਣੇ ਨੇ ਉਹ ਕੇਸਰੀ ਰੰਗ ਵਿੱਚ ਰੰਗ ਦਿੰਦੇ ਨੇ। ਇਸੇ ਤਰ੍ਹਾਂ ਗੁਲਾਲ ਜਿਹੜਾ ਫੁੱਲਾਂ ਤੋਂ ਬਣਿਆ ਹੋਇਆ ਹੁੰਦਾ ਹੈ ਉਹ ਸਤਿਗੁਰੂ ਜੀ ਮੁੱਠਾਂ ਭਰ ਭਰ ਗੁਰੂ ਕੇ ਖਾਲਸੇ ਦੇ ਉੱਪਰ ਪਾਉਂਦੇ ਨੇ। ਭਾਈ ਸਾਹਿਬ ਭਾਈ ਨੰਦ ਲਾਲ ਜੀ ਇਹ ਸਾਰਾ ਵਰਣਨ ਆਪਣੀ ਗਜ਼ਲ ਦੇ ਵਿੱਚ ਵਰਣਨ ਕਰਦੇ ਹਨ, ਲਿਖਦੇ ਹਨ। ਜ਼ਹੇ ਪਿਚਕਾਰੀਏ ਰੰਗ ਜ਼ਾਫਰਾਨੀ ਕਿ ਹਰ ਬੇਰੰਗ ਰਾ ਖੁਸ਼ ਰੰਗੋ ਬੂ ਕਰਦ। ਜ਼ਾਫਰਾਨੀ ਰੰਗ ਦੀ, ਕੇਸਰੀ ਰੰਗ ਦੀ ਪਿਚਕਾਰੀ ਸਤਿਗੁਰਾਂ ਨੇ ਆਪਣੇ ਹੱਥ ਵਿੱਚ ਲਈ ਹੈ। ਔਰ ਹਰ ਬੇਰੰਗ ਰਾ ਖੁਸ਼ ਰੰਗੋ ਬੂ ਕਰਦ, ਹਰ ਜਿਹੜਾ ਬੇਰੰਗ ਸੀ ਉਹਨੂੰ ਸੋਹਣੇ ਰੰਗ ਵਿੱਚ ਰੰਗ ਦਿੱਤਾ ਤੇ ਨਾਲ ਹੀ ਸੁਗੰਧਿਤ ਵੀ ਕਰ ਦਿੱਤਾ ਹੈ। ਔਰ ਇਸੇ ਪ੍ਰਕਾਰ ਗੁਲਾਲ ਅਫਸਾਨੀਏ ਦਸਤੇ ਮੁਬਾਰਕ ਜ਼ਮੀਨ ਆਸਮਾਨ ਸੁਰਖ ਰੂ ਕਰਦ। ਸਤਿਗੁਰੂ ਜੀ ਜੋ ਆਪਣੇ ਪਵਿੱਤਰ ਮੁਬਾਰਕ ਹੱਥਾਂ ਦੇ ਵਿੱਚ ਫੁੱਲਾਂ ਤੋਂ ਬਣੇ ਹੋਏ ਗੁਲਾਲ ਨੂੰ ਉਡਾਉਂਦੇ ਹਨ, ਉਹਦੇ ਨਾਲ ਮਾਨੋ ਜ਼ਮੀਨ ਅਤੇ ਅਸਮਾਨ ਇਹ ਦੋਵੇਂ ਹੀ ਲਾਲ ਰੰਗ ਦੇ ਹੋ ਗਏ ਨੇ। ਬਾਹਰੀ ਤੌਰ ਤੇ ਵੀ ਰੰਗ, ਅੰਦਰ ਪ੍ਰਮਾਤਮਾ ਦੇ ਨਾਮ ਦਾ ਰੰਗ, ਨਾਮ ਦਾ ਪ੍ਰੇਮ ਸਤਿਗੁਰੂ ਜੀ ਨੇ ਖਾਲਸੇ ਨੂੰ ਬਖਸ਼ਿਸ਼ ਕੀਤਾ ਹੈ। ਤੇ ਧੰਨ ਜੀਓ ਤਿਹ ਕੋ ਜਗ ਮੈਂ ਮੁਖ ਤੇ ਹਾਰਿਓ ਚਿਤ ਮੈਂ ਜੁਧ ਵਿਚਾਰਿਆ ਦੇ ਮਹਾਵਾਕ ਅਨੁਸਾਰ ਵਾਹਿਗੁਰੂ ਦਾ ਨਾਮ ਹਿਰਦੇ ਵਿੱਚ ਤੇ ਬਾਹਰੀ ਤੌਰ ਤੇ ਧਰਮ ਦਾ ਜੁੱਧ, ਧਰਮ ਦਾ ਜਿਹੜਾ ਜੰਗ ਹੈ ਇਸ ਦਾ ਚਾਅ ਖਾਲਸੇ ਵਿੱਚ ਪੈਦਾ ਕੀਤਾ ਹੈ।
ਸੋ ਇਸ ਪ੍ਰਕਾਰ ਇਹ ਹੋਲਾ ਮਹੱਲਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਰੰਭ ਕੀਤਾ ਹੈ। ਗੁਰੂ ਕਾ ਖਾਲਸਾ ਜਾਹੋ ਜਲਾਲ ਦੇ ਨਾਲ, ਚੜ੍ਹਦੀ ਕਲਾ ਦੇ ਨਾਲ ਅੱਜ ਵੀ ਇਸ ਪਰਵ ਨੂੰ ਮਨਾਉਂਦਾ ਹੈ। ਅੱਜ ਇਹ ਖਾਲਸੇ ਜੀ ਕਾ ਮਹਾਨ ਜੋੜ ਮੇਲਾ ਹੋਲੇ ਮਹੱਲੇ ਦਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਪ੍ਰਮੁੱਖ ਤੌਰ ਤੇ ਮਨਾਇਆ ਜਾ ਰਿਹਾ ਹੈ। ਔਰ ਇਸੇ ਪ੍ਰਕਾਰ ਹੋਰ ਵੀ ਸਾਰੇ ਗੁਰ ਅਸਥਾਨਾਂ ਦੇ ਉੱਪਰ ਅੱਜ ਖਾਲਸਾ ਪੰਥ ਇਕੱਤਰ ਹੋ ਕੇ ਇਸ ਜੋੜ ਮੇਲੇ ਦੇ ਮੌਕੇ ਤੇ ਹਾਜ਼ਰੀਆਂ ਭਰ ਰਿਹਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਦੇ ਬਖਸ਼ਿਸ਼ ਕੀਤੇ ਹੋਲੇ ਮਹੱਲੇ ਦੇ ਮਹਾਨ ਜੋੜ ਮੇਲੇ ਦੀ ਦੇਸਾਂ ਪ੍ਰਦੇਸਾਂ ਵਿਦੇਸਾਂ ਵਿੱਚ ਵਸਦੀਆਂ ਹੋਈਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ। ਆਓ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਾਵਨ ਸ੍ਰੀ ਮੁਖ ਵਾਕ ਦੀ ਦਾਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅੱਜ ਦੇ ਸੁਭਾਗ ਮੌਕੇ ਤੇ ਬਖਸ਼ਿਸ਼ ਕੀਤੀ ਹੈ, ਉਸ ਸ੍ਰੀ ਮੁਖ ਵਾਕ ਦੇ ਵਿਚਾਰ ਸ਼ਰਧਾ ਭਾਵਨਾ ਪ੍ਰੇਮ ਸਤਿਕਾਰ ਦੇ ਸਾਥ ਆਪਾਂ ਕੁਝ ਸਮਾਂ ਰਲ ਮਿਲ ਕਰੀਏ। ਸ਼ਬਦ ਦੀ ਰਹਾਉ ਦੀ ਪੰਕਤੀ ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ। ਸਾਧ ਸੰਗਤ ਜੀ, ਜਦੋਂ ਅਸੀਂ ਦੁਨਿਆਵੀ ਝਮੇਲਿਆਂ ਵਿੱਚ ਦੁਨੀਆ ਦੀਆਂ ਰੰਗ ਰੰਗੀਨੀਆਂ ਵਿੱਚ ਪੈਂਦੇ ਆ ਤਾਂ ਕੁਦਰਤੀ ਆ ਕਿ ਸਾਡਾ ਮਨ ਚੰਚਲਤਾ ਵਾਲਾ ਸੁਭਾਅ ਧਾਰਨ ਕਰਦਾ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਨ ਦੀ ਇਸ ਚੰਚਲਤਾ ਨੂੰ ਖਤਮ ਕਰਕੇ ਰੋਕ ਕੇ ਸਾਨੂੰ ਮਨ ਵਾਹਿਗੁਰੂ ਦੇ ਨਾਮ ਸਿਮਰਨ ਵਿੱਚ ਟਿਕਾਉਣ ਦੀ ਪ੍ਰੇਰਣਾ ਦਿੰਦੇ ਨੇ ਤੇ ਇਸ ਸ਼ਬਦ ਅੰਦਰ ਆਪਣੇ ਮਨ ਨੂੰ ਸਮਝਾਉਣ ਦਾ ਭਾਵ ਸਤਿਗੁਰੂ ਸਾਨੂੰ ਬਖਸ਼ਿਸ਼ ਕਰਦੇ ਨੇ। ਮਨ ਰੇ ਐ ਮੇਰਿਆ ਮਨਾ ਥਿਰ ਰਹੋ, ਤੂੰ ਟਿਕਿਆ ਰਹੋ, ਹਿਰਦੇ ਰੂਪੀ ਘਰ ਅੰਦਰ ਬੈਠਾ ਰਹੋ, ਮਤ ਕਤ ਜਾਹੀ ਜੀਓ। ਮਤਾਂ ਤੋਂ ਕਿਤੇ ਹੋਰ ਥੇ ਤੁਰਿਆ ਫਿਰ, ਮਤਾਂ ਬਾਹਰ ਦੌੜਦਾ ਭੱਜਦਾ ਫਿਰ, ਅੰਤਰਮੁਖੀ ਹੋ, ਆਪਣੇ ਅੰਦਰ ਝਾਤੀ ਮਾਰ, ਆਪਣੇ ਅੰਤਰ ਆਤਮੇ ਵਿੱਚ ਟਿਕਣਾ ਕਰ। ਇਹ ਆਪਣੇ ਮਨ ਨੂੰ ਆਪਾਂ ਸਮਝਾਉਣਾ ਹੈ। ਸਤਿਗੁਰੂ ਜੀ ਪ੍ਰੇਰਣਾ ਦਿੰਦੇ ਨੇ। ਪ੍ਰੇਮ ਸਹਿਤ ਗੁਰ ਸ਼ਬਦ ਦੀ ਵਿਚਾਰ ਆਪਾਂ ਸਰਵਣ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪਹਿਲਾ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਅਕਾਲ ਪੁਰਖ ਵਾਹਿਗੁਰੂ ਦੇ ਪ੍ਰਤੱਖ ਸਰੂਪ ਸੋਰਠ ਰਾਗ ਦੇ ਵਿੱਚ ਆਪਾਂ ਨੂੰ ਇਹ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਜਿਸ ਜਲ ਨਿਧ ਕਾਰਨ ਤੁਮ ਜਗ ਆਏ। ਜਲ ਦਾ ਅਰਥ ਪਾਣੀ ਤੇ ਨਿਧ ਦਾ ਭਾਵ ਭੰਡਾਰ ਖਜ਼ਾਨਾ। ਪਾਣੀ ਦਾ ਭੰਡਾਰ ਕੀ ਹੈ? ਤਲਾਬ, ਸਰੋਵਰ, ਸਮੁੰਦਰ। ਤੇ ਮਹਾਰਾਜ ਸਾਨੂੰ ਇਹ ਪਾਵਨ ਬਚਨ ਫਰਮਾਨ ਕਰਦੇ ਨੇ ਕਿ ਆਪਣੇ ਮਨ ਨੂੰ ਸਮਝਾਈਏ ਕਿ ਐ ਮੇਰਿਆ ਮਨਾ ਜਿਸ ਜਲ ਨਿਧ ਕਾਰਨ ਤੁਮ ਜਗ ਆਏ। ਜਲ ਇਸ ਸੰਸਾਰ ਰੂਪੀ ਸਮੁੰਦਰ ਵਿੱਚ ਜਿਸ ਖਜ਼ਾਨੇ ਨੂੰ ਪ੍ਰਾਪਤ ਕਰਨ ਵਾਸਤੇ, ਜਿਸ ਜਲ ਦੇ ਭੰਡਾਰ ਨੂੰ ਭਾਵ ਕਿ ਜਿਸ ਨਾਮ ਅੰਮ੍ਰਿਤ ਨੂੰ ਪ੍ਰਾਪਤ ਕਰਨ ਵਾਸਤੇ ਤੂੰ ਇਸ ਜਗਤ ਵਿੱਚ ਆਇਆ ਹੈ ਸਰੀਰ ਧਾਰਨ ਕਰਕੇ। ਅੰਮ੍ਰਿਤ ਗੁਰ ਪਾਹੀ ਜੀਉ। ਸੋ ਅੰਮ੍ਰਿਤ ਜਨਮ ਮਰਨ ਤੋਂ ਰਹਿਤ ਕਰਨ ਵਾਲਾ ਉਹ ਪ੍ਰਮਾਤਮਾ ਦਾ ਨਾਮ ਰੂਪੀ ਅੰਮ੍ਰਿਤ ਜੋ ਹੈ ਨਾ, ਗੁਰ ਪਾਹੀ ਜੀਉ। ਐ ਮੇਰੇ ਜੀਵ ਆਤਮਾ ਗੁਰ ਪਾਹੀ ਉਹ ਗੁਰੂ ਕੇ ਪਾਸ ਹੈ। ਕਾਦੇ ਲਈ ਆਏ ਸੰਸਾਰ ਦੇ ਵਿੱਚ? ਪ੍ਰਾਣੀ ਤੂੰ ਆਇਆ ਲਾਹਾ ਲੈਣ। ਐ ਪ੍ਰਾਣੀ, ਐ ਜੀਵ, ਐ ਮਨੁੱਖ, ਇਸ ਮਨੁੱਖਾ ਜਨਮ ਵਿੱਚ ਤੂੰ ਇੱਕ ਲਾਹਾ ਖੱਟਣ ਵਾਸਤੇ, ਇੱਕ ਲਾਭ ਪ੍ਰਾਪਤ ਕਰਨ ਵਾਸਤੇ ਆਇਆ ਹੈ। ਕੈਸਾ ਲਾਭ ਹੈ? ਦੁਨੀਆ ਦੇ ਵਿੱਚ ਕੋਈ ਬਹੁਤਾ ਧਨ ਦੌਲਤ ਕਮਾ ਲੈਣਾ, ਕੋਈ ਬਹੁਤੇ ਮਹਿਲ ਬਣਾ ਲੈਣੇ, ਕੋਈ ਰਾਜ ਭਾਗ ਦੀ ਪ੍ਰਾਪਤੀ ਕਰ ਲੈਣੀ, ਕੋਈ ਵਿਸ਼ੇ ਵਿਕਾਰ ਭੋਗ ਲੈਣੇ, ਦੁਨੀਆ ਦੀਆਂ ਰੰਗ ਰੰਗੀਨੀਆਂ ਮਾਣ ਲੈਣੀਆਂ। ਨਹੀਂ, ਇਹ ਜੀਵਨ ਦਾ ਲਾਹਾ ਨਹੀਂ। ਫਿਰ ਲਾਹਾ ਕੀ ਹੈ? ਭਜਹੁ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਹਰ ਵਕਤ ਅਕਾਲ ਪੁਰਖ ਵਾਹਿਗੁਰੂ ਦਾ ਭਜਨ ਸਿਮਰਨ ਕਰੋ, ਕਦੇ ਵੀ ਵਾਹਿਗੁਰੂ ਦੀ ਯਾਦ ਨਾ ਭੁੱਲੋ। ਇਹ ਪ੍ਰਮਾਤਮਾ ਦਾ ਨਾਮ ਹੀ ਇਸ ਮਨੁੱਖਾ ਜਨਮ ਦਾ ਅਸਲੀ ਲਾਹਾ ਹੈ। ਲਾਭ ਲੈ ਹੋ ਹਰ ਹਿਰਦੈ ਅਰਾਧਾ ਹੋ, ਛੁਟਕੈ ਆਮਣ ਜਾਣੀ। ਇਹ ਲਾਭ ਪ੍ਰਾਪਤ ਕਰੋ ਆਪਣੇ ਜੀਵਨ ਅੰਦਰ ਕਿ ਹਰ ਵਕਤ ਹਰੀ ਅਕਾਲ ਪੁਰਖ ਵਾਹਿਗੁਰੂ ਦੀ ਆਰਾਧਨਾ ਆਪਣੇ ਹਿਰਦੇ ਵਿੱਚ ਕਰੋ। ਜੇ ਵਾਹਿਗੁਰੂ ਦਾ ਨਾਮ ਸਿਮਰੋਗੇ, ਜੇ ਵਾਹਿਗੁਰੂ ਦੀ ਆਰਾਧਨਾ ਕਰੋਗੇ ਤਾਂ ਆਉਣ ਜਾਣ ਦਾ ਗੇੜਾ ਛੁੱਟ ਜਾਵੇਗਾ। 84 ਦੇ ਗੇੜੇ ਤੋਂ ਮੁਕਤੀ ਪ੍ਰਾਪਤ ਹੋ ਜਾਵੇਗੀ, ਨਿਜਾਤ ਹਾਸਲ ਹੋਵੇਗੀ। ਵਾਹਿਗੁਰੂ ਦੇ ਨਾਲ ਇੱਕ ਮਿਕ ਹੋ ਜਾਵੋਗੇ। ਵਾਹਿਗੁਰੂ ਦੀ ਪ੍ਰਾਪਤੀ ਲਈ ਹੀ ਤਾਂ ਇਹ ਜੀਵਨ ਮਿਲਿਆ ਹੈ ਨਾ। ਰੋਜ਼ ਗੁਰੂ ਕੇ ਬਚਨ ਪੜ੍ਹਦੇ ਆ, ਚੇਤੇ ਕਰਦੇ ਆ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਭਾਈ ਇਹ ਮਨੁੱਖਾ ਜਿਹੀ ਜਿਹੜੀ ਪ੍ਰਾਪਤ ਹੋਈ ਹੈ ਨਾ, ਇਹ ਵਾਹਿਗੁਰੂ ਨਾਲ ਮਿਲਣ ਦੀ ਵਾਰੀ ਮਿਲੀ ਹੈ, ਸਮਾਂ ਹੱਥ ਆਇਆ ਹੈ। ਅਵਰ ਕਾਜ ਤੇਰਾ ਕਿਤੇ ਨਾ ਕਾਮ,
ਆ ਦੁਨੀਆ ਦੇ ਕੰਮ ਕਾਜ, ਆ ਹੋਰ ਤਰ੍ਹਾਂ ਦੇ ਸਾਧਨ ਭਾਈ ਇਹ ਵਾਹਿਗੁਰੂ ਦੀ ਪ੍ਰਾਪਤੀ ਕਰਨ ਲਈ ਤੇਰੇ ਕਿਸੇ ਕੰਮ ਨਹੀਂ ਆਉਣੇ। ਇਸ ਲਈ ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਾਧ ਸੰਗਤ ਵਿੱਚ ਮਿਲ, ਸ਼ੁੱਧ ਸਰੂਪ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਭਜਨ ਕਰ। ਇਹ ਲਾਹਾ ਆਪਣੇ ਜੀਵਨ ਅੰਦਰ ਪ੍ਰਾਪਤ ਕਰਨਾ ਹੈ। ਇਸ ਲਾਹੇ ਨੂੰ ਪ੍ਰਾਪਤ ਕਰਨ ਵਾਸਤੇ ਸੰਸਾਰ ਵਿੱਚ ਆਏ ਆ। ਪਰ ਰੇ ਮਨਾ ਲਾਹੇ ਕਉ ਤੂੰ ਢੀਲਾ ਢੀਲਾ, ਟੋਟੇ ਕਉ ਬੇਗ ਧਾਇਆ। ਜਿਹੜਾ ਲਾਹਾ ਪ੍ਰਾਪਤ ਕਰਨਾ ਸੀ ਇਸ ਪਾਸੇ ਤਾਂ ਬੜਾ ਢਿੱਲਾ ਜਿਹਾ ਤੁਰਿਆ ਫਿਰਦਾ ਹੈ, ਤੇ ਜਿਨ੍ਹਾਂ ਕੰਮਾਂ ਵਿੱਚ ਘਾਟਾ ਹੈ, ਜਿਨ੍ਹਾਂ ਵਿੱਚ ਤੋਟਾ ਹੈ, ਉਧਰ ਨੂੰ ਦੌੜਾ ਭੱਜਾ ਫਿਰਦਾ ਹੈ ਵਿਸ਼ਿਆਂ ਵਿਕਾਰਾਂ ਵਿੱਚ ਤੇ ਹੋਰ ਔਗੁਣਾਂ ਵਿੱਚ। ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਜੋ ਨਾਮ ਅੰਮ੍ਰਿਤ ਦਾ ਖਜ਼ਾਨਾ ਪ੍ਰਾਪਤ ਕਰਨ ਵਾਸਤੇ, ਨਾਮ ਅੰਮ੍ਰਿਤ ਨੂੰ ਪੀਣ ਵਾਸਤੇ ਜਗਤ ਵਿੱਚ ਇਹ ਜੀਵ ਤੂੰ ਆਇਆ ਹੈ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਉਹ ਜਿਹੜਾ ਨਾਮ ਰੂਪੀ ਅੰਮ੍ਰਿਤ ਹੈ ਉਹ ਗੁਰੂ ਕੇ ਪਾਸ ਹੈ, ਸਤਿਗੁਰਾਂ ਦੇ ਕੋਲੋਂ ਪ੍ਰਾਪਤ ਹੋਣਾ ਹੈ। ਬਿਨ ਸਤਿਗੁਰ ਨਾਮ ਨਾ ਪਾਈਐ, ਬੁੱਝਹੁ ਕਰ ਵਿਚਾਰ, ਨਾਨਕ ਪੂਰੈ ਭਾਗ ਸਤਿਗੁਰ ਮਿਲੈ, ਸੁਖ ਪਾਏ ਜੁਗ ਚਾਰ। ਬਿਨ ਗੁਰ ਹਰ ਨਾਮ ਨਾ ਕਿਨੈ ਪਾਇਆ ਮੇਰੇ ਭਾਈ। ਨਾਮ ਦਾ ਖਜ਼ਾਨਾ ਜੋ ਹੈ ਗੁਰ ਸਤਿਗੁਰ ਵਿੱਚ ਵੱਡੀ ਨਾਵੇ ਕੀ ਵੱਡੀ ਵਡਿਆਈ, ਹਰ ਕਰਤਾ ਆਪ ਵਧਾਈ। ਇਹ ਨਾਮ ਦਾ ਖਜ਼ਾਨਾ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਾਸ ਹੈ ਪ੍ਰੇਮੀਆਂ। ਗੁਰੂ ਕੇ ਪਾਸੋਂ ਇਸ ਦੀ ਪ੍ਰਾਪਤੀ ਕਰ, ਗੁਰੂ ਵਾਲਾ ਬਣ। ਛੋਡੋ ਵੇਸ ਭੇਖ ਚਤੁਰਾਈ। ਆ ਜਿਹੜੇ ਦੁਨੀਆ ਦੇ ਤਰ੍ਹਾਂ ਤਰ੍ਹਾਂ ਦੇ ਵੇਸ ਲਿਬਾਸ ਤੂੰ ਧਾਰਨ ਕੀਤੇ ਨੇ, ਤਰ੍ਹਾਂ ਤਰ੍ਹਾਂ ਦੇ ਭੇਖ ਧਾਰਨ ਕੀਤੇ ਨੇ। ਮੈਂ ਫਲਾਣਾ ਹਾਂ, ਮੈਂ ਫਲਾਣਾ ਹਾਂ, ਮੈਂ ਸੰਨਿਆਸੀ ਆ, ਮੈਂ ਜੋਗੀ ਆ, ਮੈਂ ਤਪਸਵੀ ਆ, ਮੈਂ ਤਿਆਗੀ ਆ, ਮੈਂ ਵੈਰਾਗੀ ਆ, ਮੈਂ ਫਲਾਣੇ ਭੇਖ ਦਾ ਧਾਰਨੀ ਆ, ਮੈਂ ਅਮਕੇ ਭੇਖ ਦਾ ਧਾਰਨੀ ਆ। ਮਹਾਰਾਜ ਕਹਿੰਦੇ ਇਹਨਾਂ ਭੇਖਾਂ ਨੂੰ ਤੇ ਇਹਨਾਂ ਵੇਸਾਂ ਨੂੰ ਛੱਡ ਦੇ। ਜਿਹੜੀਆਂ ਦੁਨੀਆ ਦੀਆਂ ਚਤੁਰਾਈਆਂ ਨੇ ਨਾ, ਇਹਨਾਂ ਚਤੁਰਾਈਆਂ ਤੇ ਸਿਆਣਪਾਂ ਨੂੰ ਵੀ ਛੱਡ ਦੇ। ਚਤੁਰਾਈ ਨਾ ਚਤੁਰਭੁਜ ਪਾਈਐ। ਐ ਲੋਕਾਚਾਰੀ ਦੀਆਂ ਜਿਹੜੀਆਂ ਚਤੁਰਾਈਆਂ ਨੇ, ਬਹੁਤੀਆਂ ਸਿਆਣਪਾਂ ਨੇ। ਸਹਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ। ਇਹਨਾਂ ਵਿੱਚੋਂ ਇੱਕ ਵੀ ਨਾਲ ਨਹੀਂ ਚੱਲਦੀ। ਇਹਨਾਂ ਕਰਕੇ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੋਣੀ। ਇਸ ਲਈ ਇਹਨਾਂ ਦੁਨਿਆਵੀ ਚਤੁਰਾਈਆਂ ਨੂੰ, ਜਿਸ ਆਪਣੀ ਸਿਆਣਪ ਦਾ ਤੂੰ ਮਾਣ ਕਰਦਾ ਹੈ, ਇਸ ਸਿਆਣਪ ਨੂੰ, ਇਸ ਬੁੱਧੀ ਦੀ ਚਤੁਰਾਈ ਨੂੰ, ਵੇਸਾਂ ਭੇਖਾਂ ਨੂੰ ਛੱਡਣਾ ਕਰ। ਦੁਬਿਧਾ ਇਹੋ ਫਲ ਨਾਹੀ ਜੀਉ। ਭਾਈ ਦੁਬਿਧਾ ਵਿੱਚ ਲੱਗ ਕੇ ਇਹ ਫਲ ਜਿਹੜਾ ਪ੍ਰਮਾਤਮਾ ਦਾ ਨਾਮ ਅੰਮ੍ਰਿਤ ਰੂਪੀ ਫਲ ਪ੍ਰਾਪਤ ਕਰਨਾ ਹੈ ਨਾ, ਇਹ ਦੁਬਿਧਾ ਵਿੱਚ ਲੱਗ ਕੇ ਪ੍ਰਾਪਤ ਨਹੀਂ ਹੋਣਾ। ਦੁਬਿਧਾ ਕੀ ਹੈ? ਦੋ ਵਿਧਾ, ਮਨ ਵਿੱਚ ਦੁਚਿੱਤੀ ਪੁਣਾ, ਦੁਵੈਤ ਭਾਵਨਾ। ਜਿੰਨਾ ਚਿਰ ਤੂੰ ਦੁਵੈਤ ਭਾਵਨਾ ਵਿੱਚ ਲੱਗਾ ਰਹੇਗਾ, ਉਹ ਦੁਬਿਧਾ ਕਰਕੇ, ਦੁਵੈਤ ਭਾਵਨਾ ਕਰਕੇ ਇਹ ਨਾਮ ਅੰਮ੍ਰਿਤ ਰੂਪੀ ਫਲ ਜਿਹੜਾ ਹੈ ਇਹ ਪ੍ਰਾਪਤ ਨਹੀਂ ਹੋਣਾ ਭਾਈ। ਮਨ ਰੇ ਥਿਰ ਰਹੋ, ਮਤ ਕਤ ਜਾਹੇ ਜੀਉ। ਆਪਣੇ ਮਨ ਨੂੰ ਸਮਝਾਈਏ, ਮਨ ਰੇ ਮੇਰਿਆ ਮਨਾ ਥਿਰ ਰਹੋ, ਟਿਕਿਆ ਰਹੋ ਆਪਣੇ ਅੰਤਰ ਆਤਮੇ ਵਿੱਚ, ਆਪਣੇ ਹਿਰਦੇ ਵਿੱਚ। ਮਤ ਕਤ ਜਾਹੀ ਜੀਓ, ਮਤਾਂ ਕਿਤੇ ਬਾਹਰ ਦੌੜਾ ਭੱਜਦਾ ਫਿਰਦਾ ਰਹਿ। ਬਾਹਰ ਦੌੜਨ ਤੋਂ ਹਟ ਜਾ ਤੇ ਹਿਰਦੇ ਵਿੱਚ ਟਿਕ ਜਾ। ਬੜੇ ਸੁੰਦਰ ਬਚਨ ਸਤਿਗੁਰੂ ਸੱਚੇ ਪਾਤਸ਼ਾਹ ਨੇ ਹੋਰ ਵੀ ਗੁਰਬਾਣੀ ਵਿੱਚ ਫਰਮਾਨ ਕੀਤੇ ਨੇ। ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ। ਆ ਮੇਰਿਆ ਮਨਾ ਤੂੰ ਪਰਦੇਸੀ ਹੋਇਆ ਫਿਰਦਾ ਹੈ। ਹੁਣ ਸਾਧ ਸੰਗਤ ਜੀ, ਆਪਣਾ ਘਰ ਛੱਡ ਕੇ ਕੋਈ ਬਾਰ-ਬਾਰ ਹੀ ਤੁਰਿਆ ਫਿਰੇ, ਘਰ ਵਿੱਚ ਵੜੇ ਹੀ ਨਾ, ਤਾਂ ਘਰ ਦੀ ਹਾਲਤ ਕੀ ਹੋ ਜਾਂਦੀ ਹੈ? ਦੂਸਰੇ ਕਬਜ਼ਾ ਕਰ ਲੈਂਦੇ ਨੇ ਨਾ, ਤੇ ਉਹਨੂੰ ਕੋਈ ਕੀਮਤੀ ਚੀਜ਼ ਵੀ ਕੌਣ ਦੇਵੇਗਾ ਕਿ ਇਹਦਾ ਕੀ ਲੈਣਾ, ਕਿੱਧਰ ਤੁਰਿਆ ਫਿਰੇ, ਕਿੱਧਰ ਗਵਾ ਦੇਵੇ। ਮਨ ਸਾਡਾ ਆਪਣੇ ਹਿਰਦੇ ਰੂਪੀ ਘਰ ਨੂੰ ਛੱਡ ਕੇ ਬਾਹਰ ਦੌੜਾ ਭੱਜਾ ਫਿਰਦਾ ਹੈ, ਜਿਸ ਕਰਕੇ ਬਿਗਾਨੇ ਕਬਜ਼ਾ ਕਰੀ ਬੈਠੇ ਹੈ। ਇਸ ਦੇਹੀ ਅੰਦਰ ਪੰਜ ਚੋਰ ਵਸ ਹੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ। ਅੰਮ੍ਰਿਤ ਲੂਟ ਹੈ ਮਨ ਮੁਖ ਨਹੀਂ ਬੂਝੈ, ਕੋਈ ਨਾ ਸੁਣਿਆ ਪੁਕਾਰਾ। ਇਉਂ ਅਸੀਂ ਹਿਰਦੇ ਨੂੰ ਉਜਾੜ ਬਣਾ ਛੱਡਿਆ ਤੇ ਕਾਮ ਕ੍ਰੋਧ ਕਬਜ਼ਾ ਕਰੀ ਬੈਠੇ ਹੈ। ਮਨ ਭਟਕਦਾ ਹੈ ਬਾਹਰ ਹੀ ਤੁਰਿਆ ਫਿਰਦਾ ਹੈ, ਜਿਸ ਕਰਕੇ ਦੁਖੀ ਹੋ ਰਿਹਾ ਹੈ। ਇਸ ਲਈ ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ। ਐ ਮਨਾ ਤੂੰ ਪਰਦੇਸੀ ਬਣਿਆ ਹੋਇਆ ਹੈ, ਪਿਆਰਿਆ ਆਪਣੇ ਘਰ ਵਿੱਚ ਆ, ਆਪਣੇ ਅੰਤਰ ਆਤਮੇ ਵਿੱਚ ਟਿਕ। ਮਨ ਰੇ ਥਿਰ ਰਹੋ, ਮਤ ਕਤ ਜਾਹੀ ਜੀਓ। ਮਤਾਂ ਕਿਤੇ ਜਾ, ਆਸੇ ਪਾਸੇ ਨਾ ਦੌੜਾ ਭੱਜਾ ਫਿਰਦਾ ਰਹਿ। ਵਿਸ਼ਿਆਂ ਵਿਕਾਰਾਂ ਦੇ ਵਿੱਚ ਨਾ ਤੂੰ ਕਿਸੇ ਪ੍ਰਕਾਰ ਗਲਤਾਨ ਰਹਿ। ਦੁਨਿਆਵੀ ਖਿਆਲਾਂ ਵਿੱਚ ਨਾ ਪਰਚਿਆ ਰਹਿ। ਜਾਂ ਇਸੇ ਤਰ੍ਹਾਂ ਦੇ ਤੇਰੇ ਹਿਰਦੇ ਦੇ ਵਿੱਚ ਕਿਤੇ ਪਰਮਾਰਥ ਦੀ ਪ੍ਰਾਪਤੀ ਦੀ ਇੱਛਾ ਆਈ ਵੀ ਹੈ ਨਾ, ਤਾਂ ਵੀ ਬਾਹਰ ਨਾ ਭਟਕ।
ਆਸੇ ਪਾਸੇ ਨਾ ਤੁਰਿਆ ਫਿਰ, ਅੰਤਰਮੁਖੀ ਹੋ ਆਪਣੇ ਅੰਤਰਆਤਮੇ ਰੂਪੀ ਘਰ ਵਿੱਚ ਟਿਕ ਕੇ ਬੈਠਣਾ ਕਰ। ਬਾਹਰ ਢੂੜਤ ਬਹੁਤ ਦੁਖ ਪਾਵਹੀ। ਜੇ ਤੂੰ ਭਾਈ ਆਤਮਿਕ ਆਨੰਦ ਨੂੰ, ਜੇ ਤੂੰ ਜੀਵਨ ਦੇ ਸੁੱਖਾਂ ਨੂੰ ਬਾਹਰ ਢੂੰਡਦਾ, ਬਾਹਰ ਭਾਲਦਾ ਫਿਰਦਾ ਹੈ ਨਾ, ਤਾਂ ਇਹਦੇ ਕਰਕੇ ਸਗੋਂ ਤੈਨੂੰ ਬਹੁਤੇ ਦੁੱਖਾਂ ਦੀ ਪ੍ਰਾਪਤੀ ਹੋਣੀ ਹੈ। ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ, ਮਨ ਮੁਖਾਂ ਸਾਧ ਨਾ ਪਾਇਆ। ਜੋ ਕਸਤੂਰੀ ਮਿਰਗ ਨਾ ਜਾਣੈ, ਭਰਮ ਦਾ ਭਰਮ ਭੁਲਾਇਆ। ਪਹਾੜਾਂ ਵਿੱਚ ਹਿਰਨ ਹੁੰਦੇ ਨੇ ਜਿਨ੍ਹਾਂ ਦੀ ਨਾਭੀ ਵਿੱਚ ਕਸਤੂਰੀ ਦਾ ਨਾਪਾ ਹੈ। ਕਸਤੂਰੀ ਦੀ ਮਿੱਠੀ ਮਿੱਠੀ ਮਹਿਕ ਹਵਾ ਦੇ ਪ੍ਰਭਾਵ ਨਾਲ ਚਾਰ ਚਫੇਰੇ ਫੈਲਦੀ ਹੈ। ਹਿਰਨ ਖਿਆਲ ਕਰਦਾ ਹੈ ਕਿ ਇਹ ਸੁਗੰਧੀ ਕਿੱਥੋਂ ਆ ਰਹੀ ਹੈ, ਸੁਗੰਧੀ ਦਾ ਸਰੋਤ ਲੱਭਣਾ ਚਾਹੁੰਦਾ ਹੈ। ਭੁਲੇਖੇ ਦਾ ਭਟਕਾਇਆ ਹੋਇਆ ਇੱਧਰ ਉੱਧਰ ਭਰਮ ਦਾ ਭਟਕਦਾ ਬਹੁਤਾ ਦੁਖੀ ਹੁੰਦਾ ਹੈ। ਪਤਾ ਹੀ ਨਹੀਂ ਕਿ ਇਹ ਸਰੋਤ ਮੇਰੇ ਆਪਣੇ ਕੋਲ ਹੈ। ਇਸੇ ਤਰ੍ਹਾਂ ਆਤਮਿਕ ਆਨੰਦ ਦਾ ਖਜ਼ਾਨਾ ਵਾਹਿਗੁਰੂ ਨੇ ਸਾਡੇ ਹਿਰਦੇ ਵਿੱਚ ਰੱਖਿਆ ਹੈ। ਅਸੀਂ ਬਾਹਰੋਂ ਸੁੱਖ ਅਤੇ ਆਨੰਦ ਲੱਭਦੇ ਫਿਰਦੇ ਜ਼ਿਆਦਾ ਪਰੇਸ਼ਾਨ ਹੁੰਦੇ ਫਿਰਦੇ ਆ। ਬਾਹਰ ਢੂਡਤ ਬਹੁਤ ਦੁੱਖ ਪਾਵੈ। ਭਾਈ ਬਾਹਰੋਂ ਲੱਭਦਾ ਫਿਰਦਾ ਹੈ ਕਿਤੇ ਉਹ ਆਪਣੇ ਆਨੰਦ ਦੇ ਖਜ਼ਾਨੇ ਨੂੰ, ਆਤਮਿਕ ਸ਼ਾਂਤੀ ਨੂੰ, ਹੋਰ ਹਰ ਤਰ੍ਹਾਂ ਦੇ ਸੁੱਖਾਂ ਨੂੰ। ਨਹੀਂ ਭਾਈ, ਬਾਹਰੋਂ ਲੱਭਦੇ ਆ, ਬਾਹਰੋਂ ਢੂੰਡਦੇ ਆ। ਕੋਈ ਜਲ ਧਾਰਿਆਂ ਦੇ ਵਿੱਚੋਂ, ਕੋਈ ਇਸੇ ਪ੍ਰਕਾਰ ਧੂਣੀਆਂ ਦੇ ਵਿੱਚੋਂ, ਕੋਈ ਤੀਰਥਾਂ ਦੀ ਯਾਤਰਾ ਦੇ ਵਿੱਚੋਂ, ਕੋਈ ਹੋਰ ਕਰਮਾਂ ਦੇ ਵਿੱਚੋਂ ਲੱਭਦੇ ਆ। ਬਹੁਤਾ ਪਰੇਸ਼ਾਨ ਹੋਵੇਂਗਾ, ਬਹੁਤੇ ਦੁੱਖਾਂ ਦੀ ਹੀ ਪ੍ਰਾਪਤੀ ਤੂੰ ਕਰ ਰਿਹਾ ਹੈ। ਘਰ ਅੰਮ੍ਰਿਤ ਘਟ ਮਾਹੀ ਜੀਉ। ਭਾਈ ਤੇਰੇ ਹਿਰਦੇ ਰੂਪੀ ਘਰ ਦੇ ਵਿੱਚ ਹੀ ਉਹ ਨਾਮ ਅੰਮ੍ਰਿਤ ਹੈ। ਘਟ ਮਾਹੀ ਜੀਓ ਤੇਰੇ ਹਿਰਦੇ ਦੇ ਵਿੱਚ ਹੀ ਹੈ। ਆਪਣੇ ਅੰਦਰੋਂ ਲੱਭਣ ਦਾ ਯਤਨ ਕਰ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਭਾਈ ਤੇਰੇ ਹਿਰਦੇ ਰੂਪੀ ਘਰ ਦੇ ਵਿੱਚ ਹੀ ਨਾਮ ਅੰਮ੍ਰਿਤ ਦਾ ਖਜ਼ਾਨਾ ਉਸ ਪ੍ਰਮਾਤਮਾ ਨੇ ਰੱਖਿਆ ਹੋਇਆ ਹੈ। ਇਸ ਲਈ ਆਪਣੇ ਘਰ ਅੰਦਰ ਐ ਮਨਾ ਟਿਕਣਾ ਕਰ। ਰਹਾਉ ਵਿਸਰਾਮ ਦੇ ਕੇ ਸਤਿਗੁਰੂ ਜੀ ਫਰਮਾਨ ਕਰਦੇ ਹਨ, ਅਵਗੁਣ ਛੋੜ ਗੁਣਾ ਕੋ ਧਾਵਹੁ। ਐ ਮੇਰਿਆ ਮਨਾ ਔਗੁਣਾਂ ਨੂੰ ਛੱਡ ਦੇ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਚੁਗਲੀ, ਈਰਖਾ, ਦਵੈਸ਼, ਨਿੰਦਿਆ, ਬਖੀਲੀ ਇਤਿਆਦਿਕ ਅਨੇਕ ਪ੍ਰਕਾਰ ਦੇ ਔਗਣ ਨੇ ਜਿਨ੍ਹਾਂ ਦਾ ਤੂੰ ਧਾਰਨੀ ਬਣਿਆ ਹੋਇਆ। ਛੱਡ ਦੇ ਇਹਨਾਂ ਔਗਣਾਂ ਨੂੰ। ਗੁਣਾ ਕਉ ਧਾਵਹੁ। ਗੁਣਾ ਨੂੰ ਪ੍ਰਾਪਤ ਕਰਨ ਵਾਸਤੇ ਭਾਈ ਤਰੱਦਦ ਕਰ, ਯਤਨ ਕਰ, ਗੁਣਾ ਦਾ ਧਾਰਨੀ ਬਣ। ਕਰ ਅਵਗੁਣ ਪਛੁਤਾਹੀ ਜੀਉ। ਕਿਉਂਕਿ ਭਾਈ ਜਿਹੜਾ ਵੀ ਕੋਈ ਔਗਣ ਕਰਦਾ ਹੈ ਨਾ, ਔਗਣ ਕਰਕੇ ਆਖਰ ਨੂੰ ਪਛਤਾਤਾਪ ਹੀ ਕਰਨਾ ਪੈਂਦਾ ਹੈ। ਔਗਣਾਂ ਵਿੱਚ ਲੱਗਿਆ ਅਖੀਰ ਨੂੰ ਪਛਤਾਉਣਾ ਹੀ ਪੈਂਦਾ ਹੈ। ਤੈਨੂੰ ਪਛਤਾਉਣਾ ਨਾ ਪਵੇ, ਔਗਣਾਂ ਨੂੰ ਛੱਡ ਦੇ। ਤੇ ਦੂਸਰਾ ਇਹ ਵੀ ਭਾਵ ਵਿਦਵਾਨ ਲੈਂਦੇ ਨੇ ਕਿ ਕਰ ਅਵਗੁਣ ਪਛਤਾਹੀ ਜੀਓ। ਜੇ ਸਹਿਜ ਸੁਭਾਅ ਸੁਤੇ ਸਿੱਧ ਭੁੱਲਣਹਾਰ ਬਿਰਤੀ ਹੋਣ ਕਰਕੇ ਕੋਈ ਔਗਣ ਹੋ ਵੀ ਗਿਆ ਹੈ ਨਾ, ਤਾਂ ਸੱਚੇ ਮਨੋਂ ਉਸ ਔਗਣ ਦਾ ਪਛਤਾਵਾ ਕਰ। ਗੁਰੂ ਕੇ ਚਰਨਾਂ ਵਿੱਚ ਆ, ਬਖਸ਼ਾ ਲੈ ਸਤਿਗੁਰਾਂ ਦੇ ਕੋਲੋਂ। ਮਹਾਰਾਜ ਮੇਰੇ ਕੋਲੋਂ ਆ ਭੁੱਲ ਚੁੱਕ ਹੋ ਗਈ ਹੈ, ਕਿਰਪਾ ਕਰਕੇ ਖਿਮਾ ਕਰ ਦਿਓ, ਬਖਸ਼ ਦਿਓ। ਇਉਂ ਭਾਈ ਬਖਸ਼ਾ ਲੈ। ਔਗਣਾਂ ਵਿੱਚ ਲੱਗਾ ਰਹੇਗਾ ਤਾਂ ਪਛਤਾਵਾ ਕਰਨਾ ਪਵੇਗਾ। ਇਸ ਲਈ ਭਾਈ ਔਗਣਾਂ ਨੂੰ ਛੱਡ ਕੇ ਸ਼ੁਭ ਗੁਣਾਂ ਦੀ ਦਾਤ ਨੂੰ ਪ੍ਰਾਪਤ ਕਰ। ਸਾਰੇ ਅਪਸਰ ਕੀ ਸਾਰ ਨ ਜਾਣਹਿ। ਸਾਰ ਸ੍ਰੇਸ਼ਟ ਤਤ ਵਸਤੂ ਤੇ ਆਪ ਸਾਰ ਜੋ ਸ੍ਰੇਸ਼ਟ ਨਹੀਂ, ਭਾਵ ਵਿਸ਼ੇ ਵਿਕਾਰ। ਸੋ ਪ੍ਰਮਾਤਮਾ ਦਾ ਨਾਮ ਸ੍ਰੇਸ਼ਟ ਹੈ, ਉੱਤਮ ਹੈ। ਔਗਣ ਤੇ ਵਿਕਾਰ ਜਿਹੜੇ ਨੇ ਇਹ ਭਾਈ ਗਲੀਚ ਹਨ। ਤੂੰ ਇਹਨਾਂ ਦੀ ਸਾਰ ਨਹੀਂ ਜਾਣਦਾ, ਕਦਰ ਨਹੀਂ ਜਾਣਦਾ, ਇਹਨਾਂ ਦੇ ਭੇਦ ਨੂੰ ਜਾਣਦਾ ਪਛਾਣਦਾ ਹੀ ਨਹੀਂ। ਕੀ ਗਲਤ ਹੈ, ਕੀ ਠੀਕ ਹੈ, ਵਿਚਾਰ ਨਹੀਂ ਕਰਦਾ। ਫਿਰ ਕੀਚ ਬੁਢਾਹੀ ਜੀਉ। ਇਹ ਵਿਚਾਰ ਨਾ ਕਰਦਿਆਂ ਹੋਇਆਂ ਤੂੰ ਵਾਰ-ਵਾਰ ਔਗਣਾ ਰੂਪੀ ਤੇ ਮੋਹ ਰੂਪੀ ਚਿੱਕੜ ਦੇ ਵਿੱਚ ਹੀ ਡੁੱਬਦਾ ਜਾ ਰਿਹਾ ਹੈ। ਕਦੀ ਵਿਚਾਰਿਆ ਹੀ ਨਹੀਂ ਕਿ ਮੈਂ ਕੀ ਕਰ ਰਿਹਾ ਹਾਂ, ਕੀ ਮੈਨੂੰ ਕਰਨਾ ਚਾਹੀਦਾ ਹੈ, ਕੀ ਨਹੀਂ ਕਰਨਾ ਚਾਹੀਦਾ। ਸੋ ਇਉਂ ਮੰਦੇ ਕਰਮਾਂ ਵਿੱਚ ਲੱਗਾ, ਔਗਣਾ ਰੂਪੀ ਚਿੱਕੜ ਵਿੱਚ, ਮੋਹ ਰੂਪੀ ਚਿੱਕੜ ਵਿੱਚ, ਸੰਸਾਰ ਰੂਪੀ ਚਿੱਕੜ ਦੇ ਵਿੱਚ ਹੀ ਡੁੱਬਦਾ ਜਾ ਰਿਹਾ ਹੈ। ਅੰਤਰ ਮੈਲ ਲੋਭ ਬਹੁ ਝੂਠੇ। ਅੰਦਰ ਤਾਂ ਲੋਭ ਇਤਿਆਦਿਕ ਔਗਣਾ ਦੀ ਮੈਲ ਜਿਹੜੀ ਹੈ ਇਹ ਮਨ ਨੂੰ ਚੰਬੜੀ ਹੋਈ ਹੈ ਬਹੁਤ ਜ਼ਿਆਦਾ। ਝੂਠੇ ਪਦਾਰਥਾਂ ਵਿੱਚ ਪ੍ਰੀਤੀ ਲੱਗੀ ਹੋਈ ਹੈ, ਝੂਠ ਦੇ ਵਿੱਚ ਹੀ ਰਚੇ ਹੋਏ ਆ। ਬਾਹਰ ਨਾਵਹੁ ਕਾਹੀ ਜੀਉ। ਜੇ ਆਪਣੇ ਅੰਦਰੋਂ ਉਹ ਮੈਲ ਉਤਾਰਨ ਦਾ ਯਤਨ ਨਹੀਂ ਕੀਤਾ ਤਾਂ ਬਾਹਰ ਨਾਵਹੁ ਕਾਹੀ ਜੀਓ। ਕਾਦੇ ਵਾਸਤੇ ਬਾਹਰ ਭਾਈ ਤੀਰਥਾਂ ਤੇ ਨਹਾਉਂਦਾ ਫਿਰਦਾ ਹੈ? ਕਾਦੇ ਵਾਸਤੇ ਥਾਵਾਂ ਤੀਰਥਾਂ ਤੇ ਡੁਬਕੀਆਂ ਲਾਉਂਦਾ ਫਿਰਦਾ ਹੈ? ਜੇ ਗੁਰ ਸ਼ਬਦ ਦੇ ਆਸਰੇ ਆਪਣੇ ਮਨ ਦੀ ਮੈਲ ਨੂੰ ਦੂਰ ਕਰਨ ਦਾ ਯਤਨ ਨਹੀਂ ਕੀਤਾ ਤਾਂ ਨਿਰਮਲ ਨਾਮ ਜਪਹੁ ਸਦ ਗੁਰਮੁਖ। ਗੁਰਮੁਖ ਗੁਰੂ ਦੁਆਰਾ ਭਾਵ ਗੁਰੂ ਵਾਲਾ ਬਣ ਕੇ ਸਦਾ ਹੀ ਭਾਈ ਪ੍ਰਮਾਤਮਾ ਦੇ ਨਾਮ ਨੂੰ ਜਪਣਾ ਕਰ।
ਜੋ ਨਾਮ ਸਦਾ ਨਿਰਮਲ ਹੈ, ਉਜਲ ਹੈ ਤੇ ਤੈਨੂੰ ਵੀ ਉਜਲ ਕਰ ਦੇਣ ਵਾਲਾ ਹੈ। ਅੰਤਰ ਕੀ ਗਤ ਤਾਹੀ ਜੀਉ, ਤੇਰੇ ਅੰਤਰ ਆਤਮੇ ਦੀ ਉੱਚ ਅਵਸਥਾ ਤਿਸ ਪਰਮਾਤਮਾ ਦੇ ਨਾਮ ਨਾਲ ਹੀ ਬਣਨੀ ਹੈ। ਤੇਰੇ ਅੰਦਰਲੇ ਜੀਵ ਆਤਮੇ ਦੀ ਗਤ ਮੁਕਤੀ ਪਾਰ ਉਤਾਰਾ ਨਾਮ ਦੇ ਸਦਕਾ ਹੀ ਹੋਣਾ ਹੈ। ਹਰ ਹਰ ਲੋਭ ਨਿੰਦਾ ਕੂੜ ਤਿਆਗੋ, ਭਾਈ ਆਪਣਾ ਲੋਭ ਵਾਲਾ ਸੁਭਾਅ ਜਿਹੜਾ ਨਾ ਦੁਨਿਆਵੀ ਪਦਾਰਥਾਂ ਦਾ ਲਾਲਚ, ਇਹ ਪਰ ਹਰ ਤਿਆਗ ਦੇ ਇਸ ਦਾ ਤਿਆਗ ਕਰ। ਨਿੰਦਾ ਕੂੜ ਤਿਆਗੋ, ਜਿਹੜੀ ਪਰਾਇਆਂ ਦੀ ਨਿੰਦਾ ਕਰਦਾ ਇਹ ਨਿੰਦਾ ਕਰਨ ਵਾਲਾ ਸੁਭਾਅ ਛੱਡ। ਕੂੜ ਝੂਠ ਨੂੰ ਛੱਡਣਾ ਕਰ, ਝੂਠ ਬੋਲਣਾ ਛੱਡ, ਝੂਠੇ ਪਦਾਰਥਾਂ ਦੀ ਝੂਠੀ ਪ੍ਰੀਤ ਇਸ ਦਾ ਤਿਆਗ ਕਰ। ਸੱਚ ਗੁਰ ਬਚਨੇ ਫਲ ਪਾਹੀ ਜੀਉ, ਸੱਚ ਦੇ ਨਾਲ ਜੁੜਨਾ ਕਰ। ਸੱਚ ਕੀ ਹੈ? ਗੁਰੂ ਕੇ ਬਚਨ। ਉਹਨਾਂ ਗੁਰੂ ਕੇ ਬਚਨਾਂ ਦੀ ਕਮਾਈ ਕਰਨ ਦੇ ਨਾਲ ਹੀ ਸੱਚ ਪਰਮਾਤਮਾ ਦਾ ਨਾਮ ਰੂਪੀ ਫਲ ਤੂੰ ਪ੍ਰਾਪਤ ਕਰੇਗਾ। ਜੋ ਭਾਵੈ ਤਿਉ ਰਾਖੋ ਹਰ ਜੀਉ, ਇਹ ਅਰਦਾਸ ਬੇਨਤੀ ਕਰ ਵਾਹਿਗੁਰੂ ਦੇ ਚਰਨਾਂ ਵਿੱਚ। ਹਜੂਰ ਅੰਤਲੀ ਪੰਕਤੀ ਵਿੱਚ ਫਰਮਾਨ ਕਰਦੇ ਨੇ ਕਿ ਹੇ ਮੇਰੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ, ਜਿਵੇਂ ਵੀ ਆਪ ਨੂੰ ਭਾਵਦਾ ਹੈ, ਜਿਵੇਂ ਵੀ ਆਪ ਨੂੰ ਚੰਗਾ ਲੱਗਦਾ, ਮੈਨੂੰ ਰੱਖ ਲਓ, ਮੇਰੀ ਰੱਖਿਆ ਕਰੋ ਜੀ। ਜਨ ਨਾਨਕ ਸ਼ਬਦ ਸਲਾਹੀ ਜੀਉ, ਮਹਾਰਾਜ ਮੇਰੇ ਤੇ ਇਹ ਕਿਰਪਾਲਤਾ ਕਰੋ ਕਿ ਮੈਂ ਆਪ ਜੀ ਦੇ ਸ਼ਬਦ ਉਪਦੇਸ਼ ਦੀ ਕਮਾਈ ਕਰਕੇ, ਸ਼ਬਦ ਗੁਰ ਮੰਤਰ ਰਾਹੀਂ ਮੈਂ ਆਪ ਜੀ ਦੀ ਸਿਫਤ ਸਲਾਹ ਕਰਦਾ ਰਹਾ, ਸਦਾ ਸਦਾ ਆਪ ਜੀ ਕੀ ਸਿਫਤ ਸਲਾਹ ਵਿੱਚ ਜੁੜਿਆ ਰਹਾ। ਇਹ ਕਿਰਪਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੇਰੇ ਉੱਪਰ ਕਰੋ। ਐਸੀਆਂ ਅਰਦਾਸਾਂ ਬੇਨਤੀਆਂ ਗੁਰੂ ਚਰਨਾਂ ਵਿੱਚ ਕਰੀਏ। ਹਜ਼ੂਰ ਮਿਹਰ ਕਰਨ। ਗੁਰੂ ਕਾ ਬਖਸ਼ਿਸ਼ ਕੀਤਾ ਹੋਇਆ ਪਰਮ ਪਵਿੱਤਰ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ। ਗੁਰ ਉਪਦੇਸ਼ ਦੀ ਕਮਾਈ ਕਰਕੇ ਆਪਾਂ ਇਹ ਲੋਕ ਸੁਖੀਏ, ਪਰਲੋਕ ਸੁਹੇਲੇ ਹੋਈਏ। ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ। ਬਹੁਤ ਬਹੁਤ ਧੰਨਵਾਦ। ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਮੁੱਖ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ, ਔਰ ਸਮੂਹ ਗੁਰਮੁਖਾਂ ਪਿਆਰਿਆਂ ਦਾ ਕੋਟਾਨ ਕੋਟ ਸ਼ੁਕਰਾਨਾ। ਧੰਨ ਸ੍ਰੀ ਗੁਰੂ ਰਾਮਦਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ का। दो पंक्तियां पढ़ के फतेह बुलाइए जी। ਪਰ ਹਰ ਲੋਭ ਨਿੰਦਾ ਕੂੜ ਤਿਆਗੋ, ਸਚ ਗੁਰ ਬਚਨੀ ਫਲ ਪਾਹੀ ਜੀਉ। ਜਿਉ ਭਾਵੈ ਤਿਉ ਰਾਖੋ ਹਰ ਜੀਉ, ਜਨ ਨਾਨਕ ਸ਼ਬਦ ਸਲਾਹੀ ਜੀਉ।